ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। दांदा भी चलाने हो मैनुअल या ऑटोमैटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोल दिया। एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप। 5196220660 या quicktrucklube.com। QTL because we care। Quick Truck Lube। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 85560 02071। ਸ਼ਮਾਦਾਨ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਹੈ ਸਰੋਤਿਓ। ਤੇ ਸਾਡੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ 'ਚ। ਸ਼ੁਕਰੀਆ ਜੀ। ਢਿੱਲੋਂ ਸਾਹਿਬ, ਲਖੀਮਪੁਰ ਖੇੜੀ ਕਾਂਡ ਕਵਰੇਜ ਹੋ ਰਹੀ ਹੈ, ਗੋਦੀ ਮੀਡੀਆ ਦਾ ਲੋਕ ਵਿਰੋਧੀ ਚਿਹਰਾ ਜਿਹੜਾ ਹੈ ਉਹ ਸਾਹਮਣੇ ਆਇਆ, ਬੇਨਕਾਬ ਹੋਇਆ। ਇਸ ਬਾਰੇ ਕੀ ਕਹਿਣਾ ਚਾਹੋਗੇ? ਅਸਲ ਦੇ ਵਿੱਚ ਦਲਵੀਰ ਜੀ ਗੱਲ ਇਹ ਹੈ ਕਿ ਗੋਦੀ ਮੀਡੀਆ ਹੈ ਕੀ? ਮੀਡੀਆ ਤਾਂ ਮੀਡੀਆ ਹੁੰਦਾ ਹੈ। ਇਹ ਗੋਦੀ ਮੀਡੀਆ ਪੈਦਾ ਕਿੱਥੋਂ ਹੋ ਗਿਆ ਜੀ? ਇਹਦੀ ਸ਼ਨਾਖਤ ਕਰਨ ਦੇ ਵਿੱਚ ਕ੍ਰੈਡਿਟ ਜਾਂਦਾ ਹੈ ਰਵੀਸ਼ ਕੁਮਾਰ ਨੂੰ ਜੀ। ਰਵੀਸ਼ ਕੁਮਾਰ NDTV ਦੇ ਬਹੁਤ ਨਾਮਵਰ ਪੱਤਰਕਾਰ ਹੈ ਤੇ ਰਵੀਸ਼ ਕੁਮਾਰ ਅਜਿਹੇ ਪੱਤਰਕਾਰ ਹੈ ਕਿ ਜਦੋਂ ਉਹ ਸਵਾਲ ਖੜੇ ਕਰਦੇ ਹੈ, ਉਹਨਾਂ ਸਵਾਲਾਂ ਦਾ ਕਿਸੇ ਦੇ ਕੋਲੇ ਕੋਈ ਜਵਾਬ ਨਹੀਂ ਜੀ। ਰਵੀਸ਼ ਕੁਮਾਰ ਦਰਜਨਾਂ ਵਾਰੀ ਇਹ ਚੁਣੌਤੀ ਦੇ ਚੁੱਕਾ ਪ੍ਰਧਾਨ ਮੰਤਰੀ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਆਓ ਮੈਂ ਤੁਹਾਡੀ ਇੰਟਰਵਿਊ ਕਰਨੀ ਹੈ ਜੀ। ਮੈਂ ਪੂਰੇ ਮਾਣ ਸਤਿਕਾਰ ਦੇ ਨਾਲ ਤੁਹਾਨੂੰ ਸਵਾਲ ਪੁੱਛੂੰਗਾ ਤੇ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ ਜੀ। ਰਵੀਸ਼ ਕੁਮਾਰ ਤਾਂ ਬਹੁਤ ਵੱਡਾ ਪੱਤਰਕਾਰ ਹੈ। ਰਵੀਸ਼ ਕੁਮਾਰ ਦੀ ਇਸ ਚੁਣੌਤੀ ਨੂੰ ਪ੍ਰਵਾਨ ਕਰਕੇ ਉਹਨੂੰ ਇੰਟਰਵਿਊ ਦੇਣਾ ਤਾਂ ਦੂਰ ਦੀ ਗੱਲ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਦੇ ਵੀ ਜਿਹੜੀ ਹੈਗੀ ਹੈ, ਜਿਹਨੂੰ ਅਸੀਂ ਕਹਿੰਦੇ ਨੇ ਅਸਲ ਮੀਡੀਆ,
ਉਹਦੇ ਕਿਸੇ ਵੀ ਪੱਤਰਕਾਰ ਨੂੰ ਕਦੇ ਇੰਟਰਵਿਊ ਨਹੀਂ ਦਿੱਤੀ। ਜੀ ਜੇ ਪ੍ਰਧਾਨ ਮੰਤਰੀ ਸਾਹਿਬ ਇੰਟਰਵਿਊ ਦਿੰਦੇ ਵੀ ਹੈ ਤਾਂ ਉਹ ਇੰਟਰਵਿਊ ਇਹੋ ਜਿਹੇ ਚੈਨਲਾਂ 'ਤੇ ਜਾ ਕੇ ਦਿੰਦੇ ਹੈ ਜਿੱਥੇ ਪਹਿਲਾਂ ਹੀ ਸਕ੍ਰਿਪਟ ਲਿਖੀ ਹੁੰਦੀ ਹੈ ਕਿ ਤੁਸੀਂ ਸਵਾਲ ਕੀ ਕਰਨੇ ਹੈ, ਔਰ ਉਸ ਸਕ੍ਰਿਪਟ ਦੇ ਮੁਤਾਬਕ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਜਵਾਬ ਤਿਆਰ ਕੀਤੇ ਹੁੰਦੇ ਹੈ। ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ ਬੜੀ ਵਾਇਰਲ ਹੋਈ ਸੀ ਪਕੌੜੇ ਤਲਣ ਵਾਲੀ ਗੱਲ, ਜੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ 2014 ਦੀ ਚੋਣ ਵੇਲੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇ ਭਾਰਤੀ ਜਨਤਾ ਪਾਰਟੀ ਪਾਵਰ 'ਚ ਆ ਗਈ ਤੇ ਮੈਨੂੰ ਮਿਲ ਗਿਆ ਮੌਕਾ, ਮੈਂ 2 ਕੰਮ ਤਾਂ ਤੁਹਾਡੇ ਪੱਕੇ ਕਰੂੰਗਾ। ਇੱਕ ਤਾਂ ਜਿਹੜਾ ਕਾਲਾ ਧਾਨਾ ਸਾਰੇ ਦਾ ਸਾਰਾ ਉਹ ਬਰਾਮਦ ਕਰਵਾ ਕੇ ਤੁਹਾਡੇ ਕੋਲੇ ਆਊਗਾ, 15-15 ਲੱਖ ਰੁਪਈਆ ਇੱਕ ਇੱਕ ਪਰਿਵਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਹੋ ਜਾਊਗਾ। ਇਹ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਉਦੋਂ ਕਹੀ ਸੀ। ਦੂਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਅਗਲੀ ਸਾਡੀ ਸਰਕਾਰ ਬਣ ਗਈ ਤਾਂ ਇਸ ਸਰਕਾਰ ਬਣਨ ਤੋਂ ਬਾਅਦ ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ ਨੌਜਵਾਨਾਂ ਨੂੰ ਜਿਹੜੇ ਬੇਰੁਜ਼ਗਾਰ ਹੈ। ਅਤੇ ਉਹਦੇ ਵਾਸਤੇ ਵੀ ਉਹਨਾਂ ਨੇ ਇੱਕ ਟੀਚਾ ਮਿਥਿਆ ਸੀ ਕਿ ਨੌਕਰੀਆਂ ਹੋਣਗੀਆਂ ਕਿੰਨੀਆਂ। ਕਹਿੰਦੇ ਸੀ 1 ਸਾਲ ਦੇ ਵਿੱਚ ਅਸੀਂ ਤੁਹਾਨੂੰ 2 ਕਰੋੜ ਨੌਕਰੀਆਂ ਦੇਵਾਂਗੇ। 5 ਸਾਲ ਦੀ ਟੈਨਿਓਰ ਹੁੰਦੀ ਹੈ, 2014 ਤੋਂ ਲੈ ਕੇ 19 ਤੱਕ ਸਰਕਾਰ ਰਹੀ ਹੈ ਮੋਦੀ ਸਾਹਿਬ ਦੀ। ਇਹਨਾਂ 5 ਸਾਲਾਂ ਦੇ ਵਿੱਚ 10 ਕਰੋੜ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸੀ। ਪਰ ਹੋਇਆ ਕੀ? ਹੋਇਆ ਹੈ ਕਿ ਜਦੋਂ ਕਰੋਨਾ ਦੀ ਮਹਾਂਮਾਰੀ ਆ ਗਈ, ਉਸ ਮਹਾਂਮਾਰੀ ਦੇ ਚੱਲਦਿਆਂ ਲਾਕਡਾਊਨ ਕਰਤਾ, ਔਰ ਲਾਕਡਾਊਨ ਦੀ ਵਜ੍ਹਾ ਕਾਰਨ ਕਾਰੋਬਾਰ ਸਾਰੇ ਬੰਦ ਹੋ ਗਏ। ਕਰੋੜਾਂ ਬੰਦਿਆਂ ਨੂੰ, ਜਿਹੜੀ 10 ਕਰੋੜ ਬੰਦਿਆਂ ਨੂੰ ਨੌਕਰੀਆਂ ਮਿਲਣੀਆਂ ਤਾਂ ਕੀ ਸੀ, ਜਿਨ੍ਹਾਂ ਦੇ ਕੋਲੇ ਪਹਿਲਾਂ ਵੀ ਨੌਕਰੀਆਂ ਸੀ ਉਹਨਾਂ ਦੀਆਂ ਨੌਕਰੀਆਂ ਖੁੱਸ ਗਈਆਂ ਸੀ। ਹਾਲਤ ਇਹ ਬਣ ਗਈ। ਚਲੋ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੰਟਰਵਿਊ ਦੇਣ ਵਾਸਤੇ ਗਏ ਅਤੇ ਐਂਕਰ ਨੂੰ ਜਿਵੇਂ ਕਿ ਦਿੱਤਾ ਹੋਇਆ ਸੀ, ਉਹਨੇ ਸਵਾਲ ਪੁੱਛ ਲਿਆ ਜੀ ਤੁਸੀਂ ਰੁਜ਼ਗਾਰ ਦੇ ਵਸੀਲੇ ਕਿਵੇਂ ਪੈਦਾ ਕਰੋਗੇ, ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ। ਅਤੇ ਉਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਰੁਜ਼ਗਾਰ ਦੇ ਵਸੀਲੇ ਤਾਂ ਬਹੁਤ ਹੈ। ਰੁਜ਼ਗਾਰ ਦਾ ਮਤਲਬ ਇਹ ਨਹੀਂ ਕਿ ਹਰ ਇੱਕ ਨੂੰ ਹੀ ਸਰਕਾਰੀ ਨੌਕਰੀ ਦੇਣੀ ਹੈ। ਰੁਜ਼ਗਾਰ ਦਾ ਮਤਲਬ ਇਹ ਹੈ ਕਿ ਬੰਦਾ ਕਮਾਈ ਕਰੇ। ਅਤੇ ਉਦੋਂ ਪ੍ਰਧਾਨ ਮੰਤਰੀ ਜੀ ਕਹਿੰਦੇ ਕਿ ਜਦੋਂ ਮੈਂ ਇੰਟਰਵਿਊ ਦੇਣ ਵਾਸਤੇ ਤੁਹਾਡੇ ਦਫ਼ਤਰ ਦੇ ਆ ਰਿਹਾ ਸੀ, ਬਾਹਰ ਇੱਕ ਪਕੌੜਿਆਂ ਦੀ ਰੇਹੜੀ ਲੱਗੀ ਹੋਈ ਹੈ। ਜਿਹੜਾ ਪਕੌੜੇ ਤਲਣ ਵਾਲਾ ਬੰਦਾ ਹੈ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ 500-400 ਰੁਪਈਆ ਤਾਂ ਕਮਾਉਂਦਾ ਹੀ ਹੋਣਾ। 500-400 ਰੁਪਈਆ ਜੇ ਮਹੀਨੇ ਦਾ ਆਪਣਾ ਇੱਕ ਦਿਹਾੜੀ ਦਾ ਕਮਾਉਂਦਾ ਹੈ ਤਾਂ ਉਹਨੂੰ ਤੁਸੀਂ 30 ਦਿਨਾਂ ਦੇ ਹਿਸਾਬ ਨਾਲ ਮਹੀਨੇ ਦੀ ਤਨਖਾਹ ਲਾ ਲਓ, ਉਹਦੀ ਮਹੀਨੇ ਦੀ ਕਮਾਈ ਲਾ ਲਓ। ਅਤੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜਿਹੜਾ ਇਹ ਬੰਦਾ ਹੈ ਇਹਨੂੰ ਨਾ ਤਾਂ ਕੋਈ ਇਨਕਮ ਟੈਕਸ ਦੇਣਾ ਪੈਂਦਾ ਹੈ, ਨਾ ਇਹਦੇ ਕੋਈ ਰੇਡ ਕਰਨ ਵਾਲਾ ਬੰਦਾ ਹੈ। ਇਹ ਤਾਂ ਬਿਲਕੁਲ ਜਿਹੜੀ ਹੈ ਨਰੋਲ ਕਮਾਈ ਇਹਦੀ ਜੇਬ ਦੇ ਵਿੱਚ ਪੈ ਜਾਂਦੀ ਹੈ। ਇਹ ਜਦੋਂ ਇਸ ਕਿਸਮ ਦੀ ਇੱਕ ਤਾਂ ਉਹਨਾਂ ਨੇ ਇੰਟਰਵਿਊ ਦਿੱਤੀ ਸੀਗੀ, ਰਵੀਸ਼ ਕੁਮਾਰ ਜਾਂ ਜਿਹੜੀ ਹੈ ਮੇਨ ਸਟਰੀਮ ਮੀਡੀਆ ਜਿਹੜਾ ਅਸਲ ਪੱਤਰਕਾਰ ਆ ਉਹਨਾਂ ਨੂੰ ਇੰਟਰਵਿਊ ਪ੍ਰਧਾਨ ਮੰਤਰੀ ਜੀ ਨੇ ਕੀ ਦੇਣੀ ਹੈ। ਇੱਕ ਇੰਟਰਵਿਊ ਉਹਨਾਂ ਨੇ ਹੋਰ ਦਿੱਤੀ ਸੀ। ਉਹ ਇੰਟਰਵਿਊ ਇੱਕ ਫਿਲਮੀ ਕਲਾਕਾਰ ਨੇ ਕੀਤੀ ਸੀ ਅਤੇ ਉਸ ਕਲਾਕਾਰ ਦਾ ਨਾਂ ਅਕਸ਼ੇ ਕੁਮਾਰ। ਅਕਸ਼ੇ ਕੁਮਾਰ ਨੇ ਜਿਹੜੀ ਉਹਨਾਂ ਦੀ ਇੰਟਰਵਿਊ ਕੀਤੀ ਉਹ 'ਚ ਸਵਾਲ ਪੁੱਛੋ, ਵੇਖੋ ਤੁਸੀਂ ਕਿਹੋ ਜਿਹੇ ਪੁੱਛਦਾ ਹੈ। ਉਹਨੇ ਸਵਾਲ ਲੋਕਾਂ ਦੀ ਜਿਹੜੀ ਹੈ ਮਾੜੀ ਹਾਲਤ ਬਾਰੇ ਨਹੀਂ ਪੁੱਛੇ, ਉਹਨੇ ਸਵਾਲ ਬੇਰੁਜ਼ਗਾਰੀ ਬਾਰੇ ਜਾਂ ਕਾਲੇ ਧਨ ਬਾਰੇ ਨਹੀਂ ਪੁੱਛੇ। ਉਹ ਪ੍ਰਧਾਨ ਮੰਤਰੀ ਨੂੰ ਬਾਰ-ਬਾਰ ਪੁੱਛਦਾ ਸੀ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਫਿਰ ਅੰਬ ਕਿਵੇਂ ਚੂਪਦੇ ਹੁੰਦੇ ਹੋ, ਤੁਸੀਂ ਫਲ ਕਿਹੜੇ ਖਾਣੇ ਹੁੰਦੇ। ਪ੍ਰਧਾਨ ਮੰਤਰੀ ਜੀ ਉਹਨਾਂ ਨੂੰ ਦੱਸੀ ਜਾਂਦੇ ਸੀ ਕਿ ਅਸੀਂ ਆਹ ਗੱਲ ਕਰਦੇ। ਸੋ ਜਿਹੜਾ ਇਸ ਕਿਸਮ ਦਾ ਮੀਡੀਆ ਹੈ, ਇਸ ਕਿਸਮ ਦੇ ਮੀਡੀਏ ਨੂੰ ਰਵੀਸ਼ ਕੁਮਾਰ ਨੇ ਦਿੱਤਾ ਸੀ ਨਾਂ ਗੋਦੀ ਮੀਡੀਆ, ਕਿ ਇਹ ਸੱਤਾ ਦੀ ਗੋਦੀ 'ਚ ਬੈਠ ਕੇ ਆਨੰਦ ਮਾਣਨ ਵਾਲੇ ਲੋਕ ਹੈ। ਇਹੀ ਗੋਦੀ ਮੀਡੀਆ। ਇਸ ਕਰਕੇ ਸਾਨੂੰ ਇਹ ਸਮਝਾਉਣਾ ਪੈਣਾ ਕਿ ਗੋਦੀ ਮੀਡੀਆ ਹੈ ਕੀ। ਸੋ ਅਸੀਂ ਆਪਣੇ ਸਰੋਤਿਆਂ ਦੇ ਨਾਲ ਸਿੱਧੀ ਜਿਹੜੀ ਹੈ ਦੇਸੀ ਭਾਸ਼ਾ ਦੇ ਵਿੱਚ ਆਪਾਂ ਨੂੰ ਇਹ ਉਹਨਾਂ ਨੂੰ ਗੱਲ ਕਰਨੀ ਪੈਣੀ ਸੀ ਅਤੇ ਆਪਾਂ ਉਹਨਾਂ ਨੂੰ ਗੱਲ ਕੀਤੀ ਹੈ ਕਿ ਇਹ ਹੁੰਦਾ ਗੋਦੀ ਮੀਡੀਆ। ਹੁਣ ਗੋਦੀ ਮੀਡੀਆ ਦਾ ਜਿਹੜਾ ਇਹ ਆਇਆ ਕਿ ਬੇਨਕਾਬ ਹੋਇਆ, ਇਹ ਕਿਵੇਂ ਹੋਇਆ? ਇਹ ਇਲਜ਼ਾਮ ਮੇਰਾ ਨਹੀਂ ਹੈ ਜੀ, ਨਾ ਇਹ ਮੇਰੇ ਵਿਚਾਰ ਹੈ। ਇਹ ਵਿਚਾਰ ਜਿਹੜੇ ਹੈਗੇ 32 ਕਿਸਾਨ ਜਥੇਬੰਦੀਆਂ ਦੇ ਹੈ। 32 ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਧਰਨੇ ਲਾਏ ਹੋਏ ਆ ਪੰਜਾਬ ਦੇ ਵਿੱਚ, ਉਹ ਹੈਗੇ ਆ ਜੀ ਮਾਲਸ, ਰਿਲਾਇੰਸ ਦੇ ਪੰਪ, ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦਾ ਜਿੰਨਾ ਵੀ ਕਾਰੋਬਾਰ ਹੈ, ਉਹਨਾਂ ਦੇ ਜਿੱਡੀਆਂ ਵੱਡੇ ਸੈਲੋ ਪਲਾਂਟ ਲੱਗੇ ਹੋਏ ਹੈ, ਉਹਨਾਂ ਥਾਵਾਂ ਦੇ ਉੱਤੇ ਉਹਨਾਂ ਨੇ ਧਰਨੇ ਲਾਏ ਹੋਏ। ਅਤੇ ਧਰਨੇ ਅੱਜ ਤੋਂ ਨਹੀਂ ਲੱਗੇ ਹੋਏ, ਧਰਨੇ 1 ਸਾਲ ਤੋਂ ਲੱਗੇ ਹੋਏ ਜੀ। ਇਹਨਾਂ ਧਰਨਿਆਂ ਵਾਲੀਆਂ ਥਾਵਾਂ ਦੇ ਉੱਤੇ ਉਹ ਗਾਹੇ ਬਗਾਹੇ ਜਦੋਂ ਕੋਈ ਇਤਿਹਾਸਕ ਦਿਨ ਆਉਂਦਾ ਹੈ, ਇਤਿਹਾਸਕ ਦਿਨ ਮਨਾਉਂਦੇ ਹੁੰਦੇ ਆ। ਅਤੇ ਕੱਲ੍ਹ ਵੀ ਇੱਕ ਬੜਾ ਇਤਿਹਾਸਕ ਦਿਨ ਸੀ। ਉਹ ਇਤਿਹਾਸਕ ਦਿਨ ਸੀ ਦੁਰਗਾ ਭਾਬੀ ਦਾ ਜਨਮ ਦਿਨ ਜੀ। ਹੁਣ ਫਿਰ ਅਗਲਾ ਤੁਹਾਡਾ ਸਵਾਲ ਇਹ ਬਣ ਜਾਣਾ ਕਿ ਦੁਰਗਾ ਭਾਬੀ ਕੌਣ ਸੀ ਜੀ। ਸਾਡੀ ਤਾਂ ਅੱਜ ਦੀ ਸਾਡੀ ਬਦਕਿਸਮਤੀ ਹੈ ਕਿ ਸਾਡੀ ਪੀੜ੍ਹੀ ਨੂੰ ਇਤਿਹਾਸ ਦਾ ਨਹੀਂ ਪਤਾ, ਸਾਡੇ ਲੋਕਾਂ ਨੂੰ ਇਤਿਹਾਸ ਦਾ ਨਹੀਂ ਪਤਾ। ਅਸੀਂ ਪੜ੍ਹਾਉਂਦੇ ਨਹੀਂ ਸਾਨੂੰ, ਕਿਉਂਕਿ
ਪੜ੍ਹਨ ਵਾਲਾ ਸਾਨੂੰ ਮੌਕਾ ਦਿੱਤਾ ਹੀ ਨਹੀਂ ਜਾਂਦਾ। ਜਿਹੜਾ ਇਤਿਹਾਸ ਪੜ੍ਹਨਾ, ਅਸੀਂ ਆਪਣੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰਨੀ, ਉਹ ਮੌਕਾ ਨਹੀਂ ਮਿਲਦਾ ਜੀ। ਅੱਜ ਕੱਲ੍ਹ ਤਾਂ ਸਾਨੂੰ ਮਤਲਬ ਟੂਣਿਆਂ ਟਾਮਣਿਆਂ ਵਾਲੀਆਂ ਚੀਜ਼ਾਂ ਤੇ ਜਿਹੜੀਆਂ TV ਚੈਨਲਾਂ ਦੇ ਉੱਤੇ ਇਸ ਕਿਸਮ ਦਾ ਮਾਮਲਾ ਆਉਂਦਾ ਹੈ, ਵਹਿਮ ਪ੍ਰਸਤੀ ਤੇ ਅੰਧ ਵਿਸ਼ਵਾਸ ਪੈਦਾ ਕਰਨ ਵਾਲਾ, ਉਹ ਚੀਜ਼ ਨਹੀਂ ਆਉਂਦੀ। ਦੁਰਗਾ ਭਾਬੀ ਜਿਹੜੀ ਹੈ ਉਹ ਭਗਵਤੀ ਚਰਨ ਬੋਹਰਾ ਦੀ ਘਰਵਾਲੀ ਸੀ ਜੀ। ਭਗਵਤੀ ਚਰਨ ਬੋਹਰਾ ਵੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਤਰ੍ਹਾਂ ਪੂਰਾ ਇਨਕਲਾਬੀ ਸੀ। ਇਹਨਾਂ ਦਾ ਜੋਟੀ ਦਾ ਯਾਰ ਸੀ, ਇਹਨਾਂ ਦੀ ਜਿਹੜੀ ਹੈਗੀ ਹੈ ਆਰਗੇਨਾਈਜੇਸ਼ਨ ਉਹਦਾ ਇੱਕ ਮੈਂਬਰ ਸੀ ਜੀ। ਦੁਰਗਾ ਭਾਬੀ ਆਪਣੇ ਜ਼ਮਾਨੇ ਦੀ ਬੜੀ ਖੂਬਸੂਰਤ ਲੇਡੀ ਸੀ ਜੀ। ਜਦੋਂ ਸਾਂਡਰਸ ਦਾ ਕਤਲ ਹੋ ਗਿਆ ਲਾਹੌਰ ਦੇ ਵਿੱਚ, ਤੇ ਉਸ ਕਤਲ ਤੋਂ ਬਾਅਦ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਿਕਲਣ ਦੀ ਗੱਲ ਆ ਗਈ ਕਿ ਇਹਨਾਂ ਨੂੰ ਲਾਹੌਰ ਦੇ ਵਿੱਚੋਂ ਕੱਢਿਆ ਕਿਵੇਂ ਜਾਵੇ। ਜੀ। ਤਾਂ ਫਿਰ ਦੇਖਿਆ ਗਿਆ ਕਿ ਇਸ ਢੰਗ ਨਾਲ ਕੱਢਿਆ ਜਾਵੇ ਕਿ ਇਹਦਾ ਜਿਹੜਾ ਹੈਗਾ ਇਹਨੂੰ ਇੱਕ ਅਫੀਸਰ ਦਾ ਰੂਪ ਦਿੱਤਾ ਜਾਵੇ। ਜੀ। ਅਫੀਸਰ ਦਾ ਰੂਪ ਦੇਣ ਵਾਸਤੇ ਉਹਨਾਂ ਦੇ ਲਈ ਜ਼ਰੂਰੀ ਸੀ ਸ਼ੇਪ ਵਗੈਰਾ ਕੀਤੀ, ਸਿਰ ਦੇ ਉੱਤੇ ਹੈਟ ਲਿਆ, ਸੂਟ ਪਹਿਨਿਆ, ਤੇ ਨਾਲ ਇਸ ਤਰ੍ਹਾਂ ਬਣਾਇਆ ਜਾਵੇ ਕਿ ਇਹ ਇਕੱਲਾ ਨਹੀਂ ਹੈ, ਕੋਈ ਨਾਲ ਉਹਦੇ ਘਰ ਵਾਲੀ ਵੀ ਜਾ ਰਹੀ ਹੈ। ਜੀ। ਕੋਈ ਇਹੋ ਜਿਹੀ ਲੇਡੀ ਹੋਵੇ ਜਿਹੜੀ ਇਹ ਪ੍ਰਭਾਵ ਦੇਵੇ ਕਿ ਉਹ ਭਗਤ ਸਿੰਘ ਦੇ ਘਰ ਵਾਲੀ ਹੈ। ਜੀ। ਇਹਦੇ ਬਾਰੇ ਜਦੋਂ ਦੁਰਗਾ ਭਾਬੀ ਦੇ ਨਾਲ ਗੱਲ ਕੀਤੀ, ਸਾਰੇ ਉਹਨੂੰ ਸਤਿਕਾਰ ਨਾਲ ਭਾਬੀ ਕਹਿੰਦੇ ਹੁੰਦੇ ਸੀ ਕਿ ਭਾਬੀ ਤੈਨੂੰ ਆਹ ਕੁਰਬਾਨੀ ਕਰਨੀ ਪੈਣੀ ਹੈ ਜੀ। ਜਿਹਦੇ ਸਾਹਮਣੇ ਕੋਈ ਨਿਸ਼ਾਨਾ ਹੋਵੇ। ਦੁਰਗਾ ਭਾਬੀ ਦੇ ਸਾਹਮਣੇ ਵੀ ਨਿਸ਼ਾਨਾ ਸੀ ਕਿ ਅਸੀਂ ਮੁਲਕ ਆਜ਼ਾਦ ਕਰਾਉਣਾ ਹੈ। ਉਹਦੀ ਗੱਲ ਹੀ ਕੁਛ ਨਹੀਂ, ਠੀਕ ਹੈ ਤੈਨੂੰ ਤੇਰੀ ਜਾਨ ਬਚਾਉਣੀ ਸਾਡੇ ਲਈ ਜ਼ਰੂਰੀ ਹੈ, ਤੂੰ ਇਨਕਲਾਬੀ ਹੈ, ਮੈਂ ਤੇਰੇ ਘਰ ਵਾਲੀ ਬਣ ਕੇ ਤੈਨੂੰ ਮੈਂ ਲਾਹੌਰ ਤੋਂ ਬਾਹਰ ਕੱਢਦੀ ਹਾਂ। ਤੇ ਉਹਨੇ ਫਿਰ ਉਵੇਂ ਜਿਵੇਂ ਆਮ ਤੌਰ ਤੇ ਕਿਸੇ ਕਹਾਣੀਆਂ ਜਿਹੜੇ ਆਉਂਦੇ ਹੈ, ਜੀ। ਉਹ ਸਟੇਸ਼ਨ ਤੇ ਆਈ, ਟਿਕਟਾਂ ਖਰੀਦੀਆਂ ਤੇ ਉਹਨਾਂ ਨੇ ਜੀ। ਟਿਕਟਾਂ ਖਰੀਦ ਕੇ ਸੂਟਕੇਸ ਵਗੈਰਾ ਕੋਲੇ ਦੇ ਕੋਲੇ ਪ੍ਰਭਾਵ ਹੀ ਜਾਂਦਾ ਸੀ ਕਿ ਇਹ ਕੋਈ ਅਫੀਸਰ ਹੈ, ਕਿਉਂਕਿ ਸ਼ਹੀਦੇ ਆਜ਼ਮ ਭਗਤ ਸਿੰਘ ਵੀ ਕੋਈ ਆਮ ਤਾਂ ਹੈ ਨਹੀਂ ਸੀ, ਵਿਚਾਰਾ ਦਿਹਾੜੀ ਕਰਦਾ ਤਾਂ ਹੈ ਨਹੀਂ ਸੀ, ਉਹ ਵੀ ਖਾਂਦੇ ਪੀਂਦੇ ਘਰ ਦੇ ਵਿੱਚ ਪੈਦਾ ਹੋਇਆ ਸੀ, ਔਰ ਉਹ ਵੀ ਬੜਾ ਸੁਨੱਖਾ ਜਵਾਨ ਸੀਗਾ। ਆਪਾਂ ਦੇਖਦੇ 23 ਸਾਲ ਦੀ ਉਮਰ ਦੇ ਵਿੱਚ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੀ ਹੋ ਗਈ ਸੀ। ਹੁਣ ਉਹ ਬੀਬੀ ਦਾ ਕੱਲ੍ਹ ਸੀ ਜਨਮ ਦਿਨ ਜੀ। ਤੇ ਕਿਸਾਨ ਮੋਰਚੇ ਵਾਲਿਆਂ ਨੇ, ਸੰਯੁਕਤ ਕਿਸਾਨ ਮੋਰਚੇ ਵਾਲੇ ਨੇ ਉਹ ਜਨਮ ਦਿਨ ਸਾਰੇ ਜਿਹੜੇ 125 ਧਰਨੇ ਲੱਗੇ ਹੈ, ਉੱਥੇ ਉਹਨਾਂ ਨੇ ਕੱਲ੍ਹ ਉਹ ਜਨਮ ਦਿਨ ਮਨਾਇਆ ਉਹਦਾ ਜੀ। ਤੇ ਉਹ ਜਨਮ ਦਿਨ ਮਨਾ ਕੇ ਜਦੋਂ ਫਿਰ ਉਹਨਾਂ ਨੇ ਬੋਲਣਾ ਹੀ ਹੈ, ਗੱਲਬਾਤ ਕਰਨੀ ਹੈ, ਜਿੱਥੇ ਉਹਨਾਂ ਨੇ ਮੋਦੀ ਨੂੰ ਕ੍ਰਿਟੀਸਾਈਜ਼ ਕੀਤਾ ਹੈ, ਉੱਥੇ ਉਹਨਾਂ ਨੇ ਗੋਦੀ ਮੀਡੀਆ ਦੀ ਵੀ ਖਬਰ ਲਈ ਹੈ ਜੀ। ਉਹਨਾਂ ਨੇ ਕਿਹਾ ਕਿ ਜੋ ਕੁਛ ਜਿਹੜਾ ਹੈਗਾ ਹੋ ਰਿਹਾ ਇਸ ਵੇਲੇ, ਜੋ ਕੁਛ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਹੈ, ਉੱਥੇ ਜਿਹੜੇ ਹੈਗੇ ਕਿਸਾਨਾਂ ਨੂੰ ਮਗਰਲੇ ਪਾਸਿਓਂ ਗੱਡੀਆਂ ਚੜ੍ਹਾ ਕੇ ਕਤਲ ਕਰ ਦਿੱਤਾ, ਲੇਕਿਨ ਗੋਦੀ ਮੀਡੀਆ ਇਸ ਚੀਜ਼ ਦੀ ਕਵਰੇਜ ਨਹੀਂ ਕਰਦਾ। ਇੱਕ ਜਿਹੜੇ ਪਿੱਛੋਂ ਗੱਡੀਆਂ ਚੜ੍ਹਾ ਕੇ ਉਹਨਾਂ ਨੂੰ ਕੁਚਲਿਆ, ਕਤਲ ਕੀਤਾ ਹੈ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਰਹੇ ਹੋ, ਉਹਨਾਂ ਦੀਆਂ ਵੀਡੀਓਜ਼ ਪਈਆਂ ਹੋਈਆਂ ਜੀ, ਉਹ ਸਾਰਾ ਕੁਝ ਦਿਸ ਰਿਹਾ ਹੈ। ਲੇਕਿਨ ਗੋਦੀ ਮੀਡੀਆ ਪ੍ਰਾਈਮ ਟਾਈਮਸ ਦੇ ਵਿੱਚ ਜਿਹੜੀਆਂ ਗੱਲਾਂ ਕਰਦਾ ਕਿ ਜਿਹੜੇ ਕਿਸਾਨ ਹੈ, ਇਹਨਾਂ ਕਿਸਾਨਾਂ ਨੇ ਉਹ ਜਿਹੜੇ BJP ਦੇ 2-3 ਬੰਦੇ ਗੱਡੀਆਂ ਉਲਟਣ ਨਾਲ ਮਰੇ ਆ ਜਾਂ ਕਿਸਾਨਾਂ ਨੇ ਮਾਰਦੇ, ਕਿ ਜੀ ਉਹਨਾਂ ਦੀ ਮੌਬ ਲਿੰਚਿੰਗ ਕਰਤੀ, ਕੋ ਕੇ ਮਾਰਿਆ ਉਹਨਾਂ ਨੂੰ। ਜਦੋਂ ਕਿਸੇ ਦਾ ਸਾਥੀ, ਕਿਸੇ ਦਾ ਪਿਓ, ਕਿਸੇ ਦਾ ਭਰਾ, ਕਿਸੇ ਦਾ ਪਿਆਰਾ ਉਹਦੀਆਂ ਅੱਖਾਂ ਦੇ ਸਾਹਮਣੇ ਤੜਫ ਕੇ ਮਾਰਿਆ ਹੋਵੇ, ਗੱਡੀਆਂ ਚੜਾ ਕੇ ਉਹਨੂੰ ਮਾਰਿਆ ਹੋਵੇ, ਤੇ ਉਹਦੇ ਸਾਹਮਣੇ ਮਾਰਨ ਵਾਲੇ ਡਿੱਗ ਪੈਣ, ਉਹਨਾਂ ਦੀਆਂ ਗੱਡੀਆਂ ਉਲਟ ਜਾਣ, ਫਿਰ ਉਹ ਭਲੀ ਕਰਨਗੇ। ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਨੌਜਵਾਨ ਤਾਂ ਇੰਨਾ ਜ਼ਿਆਦਾ ਜਿਹੜੇ ਹੈ ਜੋਸ਼ ਦੇ ਵਿੱਚ ਆਏ ਹੋਏ ਸੀ, ਉਹ ਤਾਂ ਆਪਣੀ ਹੋਸ਼ ਗੁਆ ਬੈਠੇ ਸੀ, ਉਹ ਤਾਂ ਕਮਾਦਾਂ ਨੂੰ ਅੱਗਾ ਲਾਉਣ ਦੀ ਗੱਲ ਕਰ ਬੈਠੇ ਸੀ, ਪਰ ਸਿਆਣੇ ਬੰਦਿਆਂ ਨੇ ਰੋਕੇ ਸੀ। ਸੋ ਗੋਦੀ ਮੀਡੀਆ ਦੀ ਉਹਨਾਂ ਨੇ ਖਬਰ ਲਈ ਹੈ ਪੂਰੀ ਤਰ੍ਹਾਂ, ਜੋ ਕੁਛ ਹੋ ਰਿਹਾ ਹੈ ਗੋਦੀ ਮੀਡੀਆ ਸਾਰਾ ਕੁਛ ਉਹਦੇ ਉਲਟ ਦਿਖਾਉਂਦਾ ਹੈ। ਹਾਲਾਂਕਿ ਸੋਸ਼ਲ ਮੀਡੀਆ ਵੀ ਸਭ ਕੁਛ ਸੱਚ ਨਹੀਂ ਦਰਸਾਉਂਦਾ। ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਵਾਰੀ ਬੜਾ ਕੂੜ ਪ੍ਰਚਾਰ ਹੋ ਜਾਂਦਾ ਹੈ, ਬੜਾ ਉਹ ਇਸ ਕਿਸਮ ਦੀਆਂ ਜਿਹੜੀਆਂ ਊਲ ਜਲੂਲ ਗੱਲਾਂ ਆ ਜਾਂਦੀਆਂ, ਉਹਨਾਂ ਗੱਲਾਂ ਦੇ ਨਾਲ ਲੋਕਾਂ ਦੇ ਵਿੱਚ ਇੱਕ ਕਿਸਮ ਦਾ ਜਿਹੜਾ ਹੈਗਾ ਵਹਿਮ ਫੈਲਦਾ ਹੈ ਜੀ। ਵਹਿਮ ਤੁਹਾਡਾ ਇਹਦੇ ਵਾਲਾ ਵੀ ਅੰਧ ਵਿਸ਼ਵਾਸ ਵਾਲਾ ਵੀ ਫੈਲਦਾ ਹੈ। ਜਦੋਂ ਤੁਸੀਂ ਕਿਸੇ ਨੂੰ ਕੋਈ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਕਰੋਗੇ, ਗਲਤ ਸੂਚਨਾ ਦਿਓਗੇ, ਤੇ ਉਹਦੇ ਨਾਲ ਉਹਦੀ ਗਲਤ ਧਾਰਨਾ ਵੀ ਬਣਦੀ ਹੈ। ਇਹ ਗੱਲਾਂ ਆਪਣੀ ਥਾਂ ਦਿੱਤੀ ਹੈ ਜੀ। ਲੇਕਿਨ ਸੋਸ਼ਲ ਮੀਡੀਆ ਨੂੰ, ਜਦੋਂ ਸੋਸ਼ਲ ਮੀਡੀਆ ਚੰਗੇ ਹੱਥਾਂ 'ਚ ਆ ਜਾਂਦਾ ਹੈ, ਚੰਗੇ ਲੋਕ ਜਿਹੜੇ ਹੈਗੇ ਜਦੋਂ ਉਹਦੀ ਵਰਤੋਂ ਕਰਦੇ, ਤੇ ਉਹਦੇ ਨਾਲ ਫਿਰ ਗੋਦੀ ਮੀਡੀਆ ਨੂੰ ਬੇਸ਼ਰਮ ਵੀ ਹੋਣਾ ਪੈਂਦਾ ਹੈ ਜੀ। ਹੁਣ ਗੋਦੀ ਮੀਡੀਆ ਜਿੰਨਾ ਮਰਜ਼ੀ ਪ੍ਰਚਾਰ ਕਰੀ ਜਾਵੇ ਪ੍ਰਾਈਮ ਟਾਈਮਸ ਦੇ ਵਿੱਚ, ਲੇਕਿਨ ਜੋ ਕੁਛ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਵੈ, ਉਹ ਭਾਰਤ ਦੇ ਬੱਚੇ ਨੂੰ ਪਤਾ ਹੈ, ਸਿਵਾਏ ਉਹਨਾਂ ਤੋਂ ਜਿਨ੍ਹਾਂ ਲੋਕਾਂ ਨੇ ਇਹ ਮੰਨਣਾ ਹੀ ਮੰਨਣਾ, ਜਿਹੜੇ ਅੰਧ ਵਿਸ਼ਵਾਸੀ ਹੈ ਕਿ ਮੋਦੀ ਸਾਹਿਬ, RSS, BJP ਜੋ ਕਰਦੀ ਹੈ ਜੀ ਬਸ ਉਹੀ ਕਰਦੀ, ਉਹਨਾਂ ਨੇ ਗੱਲ ਹੀ ਉਹ ਸੁਣਨੀ ਹੈ ਜੀ। ਪਰ ਆਮ ਲੋਕ ਜਿਹੜੇ ਹੈਗੇ ਆ, ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ। ਇਹੀ ਕਾਰਨ ਹੈ ਕਿ ਇਹਦਾ ਕੱਲ੍ਹ ਉਹਨਾਂ ਨੇ ਨੋਟਿਸ ਲਿਆ, ਔਰ ਨੋਟਿਸ ਲੈ ਕੇ ਉਹਨਾਂ ਨੇ ਇਹ ਸਿੱਟਾ ਕੱਢਿਆ। ਮੈਂ ਵੀ ਇਸ ਸਿੱਟੇ ਦੇ ਹੱਕ 'ਚ ਕਿ ਗੋਦੀ ਮੀਡੀਆ ਜਿਹੜਾ ਹੈਗਾ, ਉਹ ਇਸ ਕਵਰੇਜ ਦੇ ਨਾਲ ਉਹਦਾ ਜਿਹੜਾ ਚਿਹਰਾ ਬੇਨਕਾਬ ਹੋਇਆ ਕਿ ਉਹ ਅਸਲ ਦੇ ਵਿੱਚ ਲੋਕਾਂ ਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਿਹਾ, ਸਗੋਂ ਉਹ ਹਾਕਮਾਂ ਦੀ ਜਿਹੜੀ ਹੈ ਚਮਚਾਗਿਰੀ ਕਰ ਰਿਹਾ
ਜੀ। ਉਹਨਾਂ ਦੇ ਹੱਕ ਦੇ ਵਿੱਚ ਉਹ ਇੱਕ ਜਿਹੜੀ ਓਪੀਨੀਅਨ ਪੈਦਾ ਕਰਨੀ ਚਾਹੁੰਦਾ ਹੈ, ਪਰ ਜ਼ੋਰ ਲਾ ਲੇ ਕਦੇ ਜਿਹੜੀ ਹੈ ਸੱਚ ਸੱਚ ਰਹਿੰਦਾ ਤੇ ਝੂਠ ਝੂਠ ਰਹਿੰਦਾ ਹੈ। ਇਸ ਤਰ੍ਹਾਂ ਓਪੀਨੀਅਨ ਜਿਹੜੀ ਹੈ ਉਹ ਬਣਦੀ ਨਹੀਂ ਹੁੰਦੀ। ਜੀ ਜੀ ਢਿੱਲੋਂ ਸਾਹਿਬ, ਸੇਵਾ ਮੁਕਤ ਜਸਟਿਸ ਬੀ ਲੋਕਰ ਕਹਿੰਦੇ ਆ ਕਿ ਅਜੇ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ। ਬਿਲਕੁਲ ਮਦਨ ਬੀ ਜਿਹੜੇ ਹੈਗੇ ਮਦਨ ਬੀ ਲੋਕਰ, ਜੀ ਇਹ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਹੈ ਜੀ ਔਰ ਬਹੁਤ ਚੰਗੇ ਜੱਜ ਸੁਪਰੀਮ ਕੋਰਟ ਦੇ ਹੋਏ ਹੈ। ਆਪਣੇ ਜ਼ਮਾਨੇ ਦੇ ਵਿੱਚ ਇਹਨਾਂ ਨੇ ਫੈਸਲੇ ਬੜੇ ਚੰਗੇ ਕੀਤੇ ਹੈ। ਜੀ ਕੋਈ ਬਹੁਤਾ ਲੰਬਾ ਸਮਾਂ ਨਹੀਂ ਹੋਇਆ ਇਹਨਾਂ ਨੂੰ, ਰਿਟਾਇਰ ਹੋਇਆ ਨੂੰ ਵੀ ਥੋੜ੍ਹਾ ਸਮਾਂ ਹੋਇਆ। ਉਹ ਹੁਣ ਕਿਉਂਕਿ ਜੋ ਕੁਛ ਲਖੀਮਪੁਰ ਖੇੜੀ ਦੇ ਵਿੱਚ ਹੋਇਆ ਵੈ, ਲਖੀਮਪੁਰ ਖੇੜੀ ਦਾ ਜਿਹੜਾ ਮੇਨ ਮੁਲਜ਼ਮ ਹੈ ਜਿਹਦਾ ਨਾਂ ਆਸ਼ੀਸ਼ ਮਿਸ਼ਰਾ ਹੈ, ਜੀ ਜਾਂ ਉਹਨੂੰ ਮੋਨੂ ਵੀ ਕਹਿ ਦਿੰਦੇ ਹੈ, ਜੀ ਉਹ ਅਜੇ ਮਿਸ਼ਰਾ ਦਾ ਮੁੰਡਾ ਹੈ। ਤੇ ਅਜੇ ਮਿਸ਼ਰਾ ਕੌਣ ਹੈ? ਅਜੇ ਮਿਸ਼ਰਾ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ। ਜੀ ਜਿਹੜਾ ਗ੍ਰਹਿ ਵਿਭਾਗ ਦਾ ਕੇਂਦਰ ਦੇ ਗ੍ਰਹਿ ਵਿਭਾਗ ਦਾ ਰਾਜ ਮੰਤਰੀ, ਭਾਵ ਪੌਣਾ ਮੰਤਰੀ ਹੈ। ਜੇ ਆਪਾਂ ਦੂਜੇ ਲਫ਼ਜ਼ਾਂ ਦੇ ਵਿੱਚ ਦੇਖੀਏ ਤਾਂ ਮਹਿਕਮਾ ਪੁਲਿਸ ਦਾ ਮੰਤਰੀ ਹੈ। ਜੀ ਇਹ ਜਦੋਂ ਕਿਸਾਨ ਉੱਥੇ ਲਖੀਮਪੁਰ ਖੇਰੀ ਦੇ ਵਿੱਚ ਜਾਂ ਜਿੱਥੇ ਅੰਦੋਲਨ ਕਰਦੇ ਹੈ, ਉਹ ਬੀਜੇਪੀ ਦੇ ਲੋਕਾਂ ਦਾ ਵਿਰੋਧ ਕਰਦੇ ਹੈ, ਉਹਨਾਂ ਨੇ ਇਹਦਾ ਅਜੇ ਮਿਸ਼ਰਾ ਦਾ ਵੀ ਵਿਰੋਧ ਕੀਤਾ ਸੀ। ਜੀ ਤਾਂ ਅਜੇ ਮਿਸ਼ਰਾ ਨੂੰ ਉੱਥੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਵੀ ਸੁਧਰ ਜੋ, ਨਹੀਂ ਤਾਂ ਸੁਧਾਰ ਦਿੱਤੇ ਜਾਓਗੇ। ਜੀ ਮੇਰੇ ਪਿਛੋਕੜ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਪਿਛੋਕੜ ਹੁਣ ਉਹਦਾ ਕੀ ਹੈ? ਉਹਦੇ ਖਿਲਾਫ ਹਿਸਟਰੀ ਸ਼ੀਟ ਖੁੱਲੀ ਹੋਈ ਸੀ। ਜੀ ਹਿਸਟਰੀ ਸ਼ੀਟ ਆਮ ਤੌਰ 'ਤੇ ਪੁਲਿਸ ਵਾਲੇ ਕਿਹਦੀ ਖੋਲ੍ਹਦੇ ਆ? ਦੋ ਕਿਸਮ ਦੇ ਲੋਕਾਂ ਦੀ ਖੋਲ੍ਹਦੇ ਆ। ਇੱਕ ਤਾਂ ਉਹ ਲੋਕ ਹੈ ਜਿਨ੍ਹਾਂ ਤੋਂ ਸਟੇਟ ਨੂੰ ਖਤਰਾ ਹੋਵੇ, ਜੀ ਜਿਹੜੇ ਸਟੇਟ ਦੀਆਂ ਜਿਹੜੀਆਂ ਬੇਇਨਸਾਫੀਆਂ ਉਹਨਾਂ ਨੂੰ ਬੇਨਕਾਬ ਕਰਦੇ ਹੋਣ। ਜੀ ਜਿਵੇਂ UAPA ਲੱਗਦਾ ਅੱਜ ਕੱਲ੍ਹ, ਦੇਸ਼ ਧਰੋਹੀ ਦੇ ਕੇਸ ਲੱਗਦੇ ਆ, ਕਿੰਨਾਂ ਲੋਕਾਂ 'ਤੇ ਲੱਗਦੇ ਆ। ਇਹ ਅਸਲ ਜਿਹੜੇ ਦੇਸ਼ ਧਰੋਹੀ ਆ ਉਹਨਾਂ 'ਤੇ ਨਹੀਂ ਲੱਗਦੇ। ਜੀ ਜਿਹੜੇ ਰਿਸ਼ਵਤ ਲੈਣ ਵਾਲੇ ਆ ਦੇਸ਼ ਧਰੋਹੀ ਉਹ ਹੈ। ਜਿਹੜੇ ਸਾਡੇ ਰਿਸ਼ਵਤ ਜਿਹੜੇ ਕਮਿਸ਼ਨ ਲੈਂਦੇ ਹੈ, ਫੌਜੀ ਸਾਜੋ ਸਮਾਨ ਖਰੀਦਦੇ ਆ ਆਪਾਂ, ਆਪਣਾ ਦੇਸ਼ ਫੌਜੀ ਸਾਜੋ ਸਮਾਨ ਖਰੀਦਦਾ, ਉਹਦੇ ਵਿੱਚ ਕਮਿਸ਼ਨ ਲਿਆ ਜਾਂਦਾ ਹੈ। ਜੀ ਰਫੇਲ ਦੇ ਜਿਹੜੇ ਜਹਾਜ਼ ਖਰੀਦੇ ਆ ਫਰਾਂਸ ਤੋਂ, ਉਹਨਾਂ ਦਾ ਹੁਣ ਤੱਕ ਰੌਲਾ ਪਈ ਜਾਂਦਾ ਹੈ। ਜਦੋਂ ਕਾਰਗਿਲ ਵਾਲੀ ਜੰਗ ਹੋਈ ਹੈ, ਜੀ 1999 'ਚ ਕਾਰਗਿਲ ਦੀ ਜੰਗ ਹੋਈ ਸੀ, ਉਸ ਵੇਲੇ ਬੜੀਆਂ ਖਬਰਾਂ ਵੱਡੇ ਨਾਮਵਰ ਅਖਬਾਰਾਂ ਦੇ ਵਿੱਚ ਆਈਆਂ ਸੀ ਕਿ ਜਿਹੜੇ ਸਾਡੇ ਫੌਜੀ ਜਵਾਨ ਸ਼ਹੀਦ ਹੋਏ ਸੀ ਕਾਰਗਿਲ ਦੇ ਜੰਗ ਦੇ ਵਿੱਚ, ਉਹਨਾਂ ਦੇ ਲਈ ਜਿਹੜੇ ਤਬੂਤ ਇਸਤੇਮਾਲ ਕੀਤੇ ਗਏ ਸੀ, ਜੀ ਜਿਨ੍ਹਾਂ ਤਬੂਤਾਂ ਦੇ ਵਿੱਚ ਉਹਨਾਂ ਦੀਆਂ ਬਾਡੀਜ਼ ਨੂੰ ਬੰਦ ਕਰਕੇ ਘਰਾਂ ਤੱਕ ਭੇਜਿਆ ਗਿਆ ਸੀ, ਉਹ ਕਹਿੰਦੇ ਉਹਨਾਂ ਤਬੂਤਾਂ ਦੇ ਵਿੱਚੋਂ ਵੀ ਕਮਿਸ਼ਨ ਖਾਦਾ ਸੀ। ਜੀ ਜੇ ਹੁਣ ਸਹੀ ਮਾਇਨੇ 'ਚ ਦੇਖੀ ਤਾਂ ਦੇਸ਼ ਧਰੋਹੀ ਉਹ ਹੈ। ਜੀ ਦੇਸ਼ ਧਰੋਹੀ ਜੇ ਆਪਾਂ ਕਹਿ ਦਈਏ ਵੀ ਜੋਗਿੰਦਰ ਸਿੰਘ ਉਗਰਾ ਹੈ BKU ਦਾ ਲੀਡਰ, ਉਹ ਦੇਸ਼ ਧਰੋਹੀ ਨਹੀਂ, ਬਜ਼ੁਰਗ ਬੰਦਾ ਹੈ। ਜੀ ਉਹ ਤਾਂ ਬਜ਼ੁਰਗ ਬੰਦਾ ਇਸ ਉਮਰ ਦੇ ਵਿੱਚ ਟਿੱਕਰੀ ਦੇ ਬਾਰਡਰ ਦੇ ਉੱਤੇ ਆਪਣੇ ਮੌਰਕ ਸਹਾ ਰਿਹਾ ਹੈ। ਜੀ ਔਰ ਤੁਸੀਂ ਦੇਖੋ ਕਿ ਉਸ ਸਮੇਂ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਨੂੰ ਕਰੋਨਾ ਹੋ ਗਿਆ ਸੀ ਜੀ ਔਰ ਉਹਨੂੰ ਟ੍ਰੀਟਮੈਂਟ ਲਈ ਇੱਥੇ ਬਠਿੰਡੇ ਲਿਆਂਦਾ ਗਿਆ, ਇੱਥੋਂ ਇਲਾਜ ਕਰਾ ਕੇ ਉਹਨੂੰ ਫੇਰ ਉੱਥੇ ਛੱਡਿਆ ਗਿਆ। ਜਾਂ ਉਹਨਾਂ ਦੇ ਨਾਲ ਦੇ ਦੂਸਰੇ ਬੰਦੇ ਹੈ, ਰਕੇਸ਼ ਟਕੈਤ ਹੋ ਗਿਆ, ਬਲਵੀਰ ਸਿੰਘ ਰਾਜੇਵਾਲ ਹੋ ਗਿਆ, ਡਾਕਟਰ ਦਰਸ਼ਨਪਾਲ ਆਰਗੇ ਹੋ ਗਏ। ਜੀ ਇਹ ਜਿਹੜੇ ਲੋਕ ਹੈ ਦੇਸ਼ ਧਰੋਹੀ ਇਹ ਨਹੀਂ, ਲੇਕਿਨ ਦੇਸ਼ ਧਰੋਹੀ ਦੇ ਕੇਸ ਇਹਨਾਂ ਦੇ ਖਿਲਾਫ ਬਣਦੇ ਹੈ। ਜੀ। ਇਹਨਾਂ ਦੇ ਖਿਲਾਫ ਜਿਹੜੇ ਇਹ ਦੇਸ਼ ਧਰੋਹੀ ਦੇ ਕੇਸ ਲਏ ਦੇ, ਇਹ ਜਿਹੜੀ ਜਿਸ ਕਿਸਮ ਦਾ ਮਤਲਬ ਹੈ ਜਿਵੇਂ ਉਹਨੇ ਕਿਹਾ ਕਿ ਜਿਹੜੀ ਮੈਂ ਹਿਸਟਰੀ ਸ਼ੀਟ ਦੀ ਗੱਲ ਕਰਦਾ ਸੀ, ਜੀ ਹਿਸਟਰੀ ਸ਼ੀਟ ਜਾਂ ਤਾਂ ਉਹਨਾਂ ਦੀ ਖੁੱਲ੍ਹਦੀ ਹੈ ਜਿਹੜੇ ਇਸ ਕਿਸਮ ਦੇ ਬੰਦੇ ਕਿ ਇਹਨਾਂ 'ਤੇ ਨਿਗਰਾਨੀ ਰੱਖੋ, ਜੀ ਉਹਨਾਂ ਦੀਆਂ ਸਰਗਰਮੀਆਂ 'ਤੇ ਨਿਗਰਾਨੀ ਰੱਖੋ, ਜਾਂ ਜਿਹੜੇ ਲਾਅ ਐਂਡ ਆਰਡਰ ਦੇ ਲਈ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਹੈ, ਜੀ ਜਿਨ੍ਹਾਂ ਨੂੰ ਅਸੀਂ ਆਦੀ ਅਪਰਾਧੀ ਕਹਿ ਦਿੰਦੇ ਹਾਂ। ਆਦੀ ਅਪਰਾਧੀ ਜਿਹੜੇ ਲਗਾਤਾਰ ਅਪਰਾਧ ਕਰਦੇ ਹੀ ਰਹਿਣ, ਜੀ ਉਹਨਾਂ ਨੂੰ ਕਹਿ ਦਿੰਦੇ ਇੱਕ ਹਿਸਟਰੀ ਸ਼ੀਟ ਉਹਨਾਂ ਦੀ ਖੋਲ੍ਹਦੇ ਹੈ। ਇੱਕ ਉਹ ਲੋਕ ਹੈ ਜਿਹੜੇ ਮੌਜੂਦਾ ਸਿਸਟਮ ਦੇ ਨਾਲ ਸਹਿਮਤ ਨਹੀਂ। ਜੀ ਜਿਵੇਂ ਹੁਣ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਵੀ ਅਗਰ ਕੋਈ ਬੰਦਾ ਪੁਰ ਅਮਨ ਰਹਿ ਕੇ ਅੱਡ ਦੇਸ਼ ਦੀ ਵੀ ਮੰਗ ਕਰਦਾ ਹੈ, ਇਹ ਉਹਦਾ ਜਿਹੜਾ ਹੈਗਾ ਕਾਨੂੰਨੀ ਅਧਿਕਾਰ ਹੈ, ਇਹ ਉਹਦਾ ਸੰਵਿਧਾਨਕ ਅਧਿਕਾਰ ਹੈ, ਉਹਦੇ ਖਿਲਾਫ ਕੋਈ ਕੇਸ ਨਹੀਂ ਬਣਦਾ। ਲੇਕਿਨ ਇੱਥੇ ਅਸੀਂ ਦੇਖਿਆ ਕਿ ਉਹਨਾਂ ਦੇ ਖਿਲਾਫ ਵੀ 153 124 ਦੇ ਬਗਾਵਤ ਕਰਨ ਦੇ ਕੇਸ ਬਣਾਏ ਗਏ। ਜੀ ਸੁਪਰੀਮ ਕੋਰਟ ਨੇ ਬਾਅਦ ਦੇ ਵਿੱਚ ਉਹ ਜਿਹੇ ਕੇਸ ਰੱਦ ਵੀ ਕੀਤੇ ਹੋਏ। ਉਹਨਾਂ ਲੋਕਾਂ ਦੀ ਵੀ ਹਿਸਟਰੀ ਸ਼ੀਟ ਖੋਲ੍ਹੀ ਜਾਂਦੀ ਹੈ। ਅਤੇ ਇਹ ਜਿਹੜਾ ਅਜੇ ਮਿਸ਼ਰਾ ਹੈ, ਅਜੇ ਮਿਸ਼ਰਾ ਦੀ ਜਿਹੜੀ ਹਿਸਟਰੀ ਸ਼ੀਟ ਖੋਲ੍ਹੀ ਗਈ, ਉਹ ਕਾਹਦੇ 'ਚ ਖੋਲ੍ਹੀ ਗਈ? ਉਹ ਇਸ ਗੱਲ ਦੇ ਵਿੱਚ ਖੋਲ੍ਹੀ ਗਈ ਕਿ ਇਹ ਬੰਦਾ ਆਦੀ ਬਦਮਾਸ਼ੀ ਕਰਦਾ ਰਿਹਾ। ਜੀ ਇਹ ਬਦਮਾਸ਼ੀ ਕਰਦਾ ਰਿਹਾ। ਇਸ ਬੰਦੇ ਦੇ ਖਿਲਾਫ ਕਤਲ ਦਾ ਵੀ ਇੱਕ ਮੁਕੱਦਮਾ ਦਰਜ ਹੋਇਆ ਸੀ, ਜੀ ਲੇਕਿਨ ਉਸ ਕੇਸ ਦੇ ਵਿੱਚ ਉਹ ਬਰੀ ਹੋ ਗਿਆ। ਉਹ ਬਰੀ ਕਦੋਂ ਹੋਇਆ ਕਿ ਜਿੱਦਣ ਜੱਜ ਸਾਹਿਬ ਨੇ ਬਰੀ ਕੀਤਾ ਇਹਨੂੰ, ਜਿਹੜੇ ਜੱਜ ਨੇ, ਜੀ ਅਗਲੇ ਦਿਨ ਉਹ ਰਿਟਾਇਰ ਹੋ ਗਿਆ। ਜੀ ਤਾਂ ਜਿਹੜਾ ਉਹ ਪਰਿਵਾਰ ਹੈ, ਜਿਹੜਾ ਪੀੜਤ ਪਰਿਵਾਰ ਹੈ, ਉਹਨਾਂ ਨੇ ਕਿਹਾ ਕਿ ਜੱਜ ਨੇ ਜਿਹੜਾ ਜੁਡੀਸ਼ੀਅਲ ਮਾਈਂਡ ਹੈ ਉਹ ਅਪਲਾਈ ਨਹੀਂ ਕੀਤਾ। ਇਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਦਾ ਪ੍ਰਭਾਵ ਵਰਤ ਕੇ
ਇਹ ਜੁਡੀਸ਼ਰੀ ਤੋਂ ਜਿਹੜਾ ਹੈਗਾ ਸੈਸ਼ਨ ਕੋਰਟ ਦੇ ਵਿੱਚੋਂ ਇਹ ਬੰਦਾ ਸਜ਼ਾ ਤੋਂ ਬਚ ਗਿਆ, ਬਰੀ ਹੋ ਗਿਆ। ਪਰ ਉਹਨਾਂ ਨੇ ਆਪਦੀ ਪਟੀਸ਼ਨ ਪਾਤੀ ਔਰ ਉਹ ਪਟੀਸ਼ਨ ਕਿੱਥੇ ਹਾਈ ਕੋਰਟ 'ਚ ਪਈ ਹੈ, ਇਲਾਹਾਬਾਦ ਹਾਈ ਕੋਰਟ 'ਚ। ਜੀ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਵੀ ਉਸ ਪਟੀਸ਼ਨ ਨੂੰ ਪਈ ਨੂੰ ਮੇਰਾ ਖਿਆਲ ਹੈ ਵੀ 10-15 ਸਾਲ ਹੋ ਗਏ ਜੀ। ਔਰ 2020 ਦੇ ਵਿੱਚ ਉਹ ਲਿਸਟ ਹੋਈ ਸੀ ਕਿ ਇਹਦੇ ਤੇ ਸੁਣਵਾਈ ਹੋਣੀ ਹੈ, ਪਰ ਅੱਜ ਤੱਕ ਫਿਰ ਸੁਣਵਾਈ ਨਹੀਂ ਹੋਈ। ਜੀ। ਉਹ ਪੈਂਡਿੰਗ ਹੀ ਪਈ ਹੈ ਉਵੇਂ ਜਿਵੇਂ। ਸੋ ਭਾਵੇਂ ਅਜੇ ਮਿਸ਼ਰਾ ਨੇ ਜਿਹੜਾ ਉਹਦੇ ਖਿਲਾਫ ਉਹ ਹਿਸਟਰੀ ਸ਼ੀਟ ਖੋਲ੍ਹੀ ਸੀ, ਉਹ ਹਿਸਟਰੀ ਸ਼ੀਟ ਖੋਲ੍ਹਣ ਵਾਲੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਹਾਈ ਕੋਰਟ ਨੇ ਜੀ। ਦੇ ਵਿੱਚ, ਔਰ ਇਲਾਹਾਬਾਦ ਹਾਈ ਕੋਰਟ ਨੇ ਉਹਦੀ ਹਿਸਟਰੀ ਸ਼ੀਟ ਖਤਮ ਕਰਤੀ ਸੀ, ਰੱਦ ਕਰ ਦਿੱਤੀ ਸੀ। ਲੇਕਿਨ ਉਹ ਜਿਹੜਾ ਕਹਿ ਰਿਹਾ ਸੀ ਕਿ ਮੇਰੇ ਬਾਰੇ ਸੋਚੋ, ਮੈਂ ਕੌਣ ਹਾਂ, ਤੁਹਾਨੂੰ ਸੁਧਰ ਜੋ ਨਹੀਂ, ਮੈਂ ਤੁਹਾਨੂੰ ਸੁਧਾਰ ਦੂੰਗਾ, ਮੇਰੇ ਪਿਛੋਕੜ ਬਾਰੇ ਜਾਣੋ। ਜੀ। ਉਹ ਬੰਦਾ ਹੁਣ ਕੇਂਦਰ ਦੇ ਵਿੱਚ ਗ੍ਰਹਿ ਰਾਜ ਮੰਤਰੀ ਬਣਿਆ। ਪੰਜਾਬੀ ਦੇ ਵਿੱਚ ਆਪਣੀ ਕਹਾਵਤ ਹੈ ਕਿ ਕਿਸੇ ਬੱਚੇ ਨੇ ਕੋਈ ਖਰਾਮੀ ਕਰ ਲਈ, ਕੋਈ ਉਹਨੇ ਸ਼ਰਾਰਤ ਕੀਤੀ, ਤੇ ਸਿਆਣੇ ਬੰਦੇ ਉਹਦੇ ਬਾਪ ਨੂੰ ਉਲਾਂਭਾ ਦੇਣਗੇ। ਜੀ। ਸ਼ਬਦ ਤਾਂ ਹੁਣ ਇਹੋ ਜਿਹੇ ਜੇ ਮੈਂ ਆਉਣੇ ਯਾਰ ਆਪਾਂ ਵਰਤਦੇ ਚੰਗੇ ਨਹੀਂ ਲੱਗਦੇ। ਗਾਂ ਜਿਹੜੀ ਸ਼ਰਾਰਤ ਬੱਚੇ ਨੇ ਕੀਤੀ ਸੀ, ਬੱਚੇ ਨੇ ਉਹ ਸ਼ਰਾਰਤ ਖੜ ਕੇ ਕੀਤੀ ਤੇ ਉਹਦਾ ਪਿਓ ਗੇੜੇ ਦੇਈ ਜਾਵੇ, ਉਹੀ ਕੁਛ ਕਰਦੇ। ਜੀ। ਉਹ ਫਿਰ ਮੁੜੇ ਆਏ ਵੀ ਇਹਨੂੰ ਇਹ ਕੀ ਕਵਾਂਗੇ। ਹੁਣ ਜਿਹਦਾ ਪਿਓ ਕਤਲਾਂ ਦੇ ਵਿੱਚ ਆਇਆ ਹੋਵੇ, ਜੀ। ਜਿਹਦਾ ਪਿਓ ਇਹ ਗੱਲ ਕਹਿੰਦਾ ਹੋਵੇ ਕਿ ਮੇਰੇ ਪਿਛੋਕੜ ਬਾਰੇ ਤੁਸੀਂ ਜਾਣਦੇ ਨਹੀਂ, ਮੈਂ ਵਜ਼ੀਰ ਤਾਂ ਮਗਰੋਂ ਬਣਿਆ, ਪਹਿਲਾਂ ਮੈਂ ਬਹੁਤ ਕੁਛ ਕਰਦਾ ਰਿਹਾ। ਜੀ। ਉਹ ਬੰਦੇ ਨੂੰ ਅਦਾਲਤ ਦੇ ਵਿੱਚ ਬਣਾਇਆ ਤੇ ਫਿਰ ਉਹਦੇ ਪੁੱਤ ਨੇ ਕੀ ਕਰਤੂਤ ਕੀਤੀ ਹੈ ਉਹ ਆਪਣੇ ਸਾਹਮਣੇ। ਜੀ। ਕਿਸ ਢੰਗ ਦੇ ਨਾਲ ਉਹਨੇ ਮਤਲਬ ਜਿਹੜਾ ਹੈਗਾ ਉਹਨਾਂ ਨੂੰ, ਕਿਸਾਨਾਂ ਨੂੰ ਕੁਚਲਿਆ। ਬਾਪ ਇਹ ਗੱਲ ਕਹਿੰਦਾ ਕਿ ਮੇਰਾ ਪੁੱਤ ਤਾਂ ਉਸ ਘਟਨਾ ਵਾਲੇ ਦਿਨ ਉੱਥੇ ਹੈ ਹੀ ਨਹੀਂ ਸੀ। ਜੀ। ਉਹ ਤਾਂ ਜੀ ਕਹਿੰਦੇ ਕੋਈ ਦੰਗਲ ਹੋ ਰਿਹਾ ਸੀ, ਘੋਲ ਹੋ ਰਿਹਾ ਸੀ, ਉਹ ਤਾਂ ਘੋਲ ਕਰਵਾ ਰਿਹਾ ਸੀ। ਪਰ ਹੁਣ ਜਿਹੜੀਆਂ ਵੀਡੀਓਜ਼ ਆ ਗਈਆਂ, ਉਹਨਾਂ ਵੀਡੀਓਜ਼ ਦੇ ਵਿੱਚ ਸਪਸ਼ਟ ਹੋ ਗਿਆ ਕਿ ਉਹ ਬੰਦਾ ਉੱਥੇ ਮੌਕੇ ਤੇ ਸੀ। ਇਸ ਕਰਕੇ ਜਸਟਿਸ ਮਦਨ ਬੀ ਲੋਕਰ ਦਾ ਇਹ ਮੰਨਣਾ ਹੈ ਕਿ ਇਸ ਬੰਦੇ ਦੇ ਹੁੰਦਿਆਂ, ਜਿਹੜਾ ਬੰਦਾ ਕੇਂਦਰ ਦੇ ਵਿੱਚ ਐਡੇ ਵੱਡੇ ਅਹੁਦੇ ਤੇ ਬੈਠਾ ਹੈ, ਇਹਦੇ ਹੁੰਦਿਆਂ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਇਨਸਾਫ ਨਹੀਂ ਹੋ ਸਕਦਾ, ਲੋਕਾਂ ਨੂੰ ਨਿਆਂ ਨਹੀਂ ਮਿਲ ਸਕਦਾ। ਇਸ ਲਈ ਜ਼ਰੂਰੀ ਹੈ, ਚਾਹੀਦਾ ਤਾਂ ਇਹ ਸੀ ਕਿ ਉਹਨੂੰ ਆਪਣੇ ਆਪ ਹੀ ਪ੍ਰਧਾਨ ਮੰਤਰੀ ਕਹਿ ਦਿੰਦੇ ਕਿ ਤੁਸੀਂ ਅਸਤੀਫਾ ਦਿਓ ਮਿਸ਼ਰਾ ਜੀ, ਤੇ ਆਪਦੇ ਘਰ ਨੂੰ ਜਾਓ। ਲੇਕਿਨ ਪ੍ਰਧਾਨ ਮੰਤਰੀ ਨੇ ਤਾਂ ਕੋਈ ਗੱਲ ਨਹੀਂ ਕੀਤੀ। ਪ੍ਰਧਾਨ ਮੰਤਰੀ ਲਖਨਊ ਵੀ ਜਾਏ, ਜੀ। ਲਖਨਊ ਜਾ ਕੇ ਵੀ ਪ੍ਰਧਾਨ ਮੰਤਰੀ ਨੇ ਲਖੀਮਪੁਰ ਖੀਰੀ 'ਚ ਕੀ ਹੋਇਆ ਉਹਦੇ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਉਹਨੂੰ ਆਏ 2 ਦਿਨਾਂ ਬਾਅਦ ਐਤਵਾਰ ਆ ਜਾਣੇ, ਐਤਵਾਰ ਨੂੰ ਪ੍ਰਧਾਨ ਮੰਤਰੀ ਸਾਹਿਬ ਮਨ ਕੀ ਬਾਤ ਕਰਦੇ ਹੁੰਦੇ ਹੈ। ਸ਼ਾਇਦ ਉਹਦੇ ਮਨ ਕੀ ਬਾਤ ਕਰਨ ਤੇ ਉਸ ਮਨ ਕੀ ਬਾਤ ਦੇ ਵਿੱਚ ਵੀ ਜ਼ਿਕਰ ਭਾਵੇਂ ਨਾ ਆਵੇ, ਇਹ ਐਡੀ ਵੱਡੀ ਘਟਨਾ ਹੋਈ ਹੈ। ਉਸ ਪ੍ਰਧਾਨ ਮੰਤਰੀ ਸਾਹਿਬ ਨੇ ਹਾਲੇ ਤੱਕ ਕਿਤੇ ਜ਼ੁਬਾਨ ਨਹੀਂ ਖੋਲ੍ਹੀ। ਲੇਕਿਨ ਅਜੇ ਮਿਸ਼ਰਾ ਗ੍ਰਹਿ ਮੰਤਰੀ ਨੂੰ ਮਿਲ ਕੇ ਆਉਂਦੇ, ਗ੍ਰਹਿ ਮੰਤਰੀ ਉਹਨਾਂ ਨੂੰ ਕਹਿੰਦੇ ਕੈਰੀ ਔਨ, ਤੁਸੀਂ ਆਪਣਾ ਕੰਮ ਕਰੋ ਤੇ ਆਪਦਾ ਕੰਮ ਕਰੀ ਜਾਂਦਾ ਜੀ। ਹੁਣ ਸੁਪਰੀਮ ਕੋਰਟ ਦਾ ਇੱਕ ਸੀਨੀਅਰ ਜੱਜ ਜਿਹੜਾ ਰਿਟਾਇਰ ਹੋਇਆ ਵਾ, ਉਹ ਜੇ ਇਹ ਗੱਲ ਕਹਿੰਦਾ ਕਿ ਇਹਨੂੰ ਮਿਸਟਰ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ, ਜੀ। ਇਹਦਾ ਮਤਲਬ ਇਹ ਹੈ ਕਿ ਜਿਹੜੇ ਇਨਸਾਫ ਪਸੰਦ ਲੋਕ ਹੈ, ਜਿਹੜੇ ਕਾਨੂੰਨ ਤੋਂ ਵਾਕਿਫ ਹੈ, ਉਹਨਾਂ ਨੂੰ ਪਤਾ ਹੈ ਕਿ ਜੁਡੀਸ਼ਰੀ ਨੂੰ ਪ੍ਰਭਾਵਿਤ ਕਿਵੇਂ ਕੀਤਾ ਜਾਂਦਾ ਹੈ। ਜੀ। ਜੇ ਬੰਦਾ ਪਾਵਰ ਦੇ ਵਿੱਚ ਹੈ, ਜੇ ਇੱਕ ਜੱਜ ਕਹਿੰਦਾ, ਜੱਜ ਤਾਂ ਹੀ ਕਹਿੰਦਾ ਕਿ ਪ੍ਰਭਾਵਿਤ ਕਰੂਗਾ, ਜੀ। ਤਫਤੀਸ਼ ਨੂੰ ਵੀ ਪ੍ਰਭਾਵਿਤ ਕਰੂਗਾ। ਜੇ ਤਫਤੀਸ਼ ਚਲੋ ਟੁੱਟੀ ਫੁੱਟੀ ਕਰਕੇ ਕੋਈ ਨਾ ਕੋਈ ਚਲਾਨ ਪੇਸ਼ ਹੋ ਵੀ ਜਾਂਦਾ ਤਾਂ ਫਿਰ ਉਹਨੇ ਅਗਾਂਹ ਜੁਡੀਸ਼ਰੀ ਨੂੰ ਵੀ ਪ੍ਰਭਾਵਿਤ ਕਰਨਾ। ਇਸੇ ਕਰਕੇ ਲੋਕਰ ਸਾਹਿਬ ਨੇ ਕਿਹਾ ਕਿ ਇਸ ਬੰਦੇ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਔਰ ਠੀਕ ਹੈ, ਪ੍ਰਧਾਨ ਮੰਤਰੀ ਸਾਹਿਬ ਤਾਂ ਬਰਖਾਸਤ ਨਹੀਂ ਕਰ ਰਹੇ, ਘੱਟੋ ਘੱਟ ਰਾਸ਼ਟਰਪਤੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣ ਕਿ ਤੁਸੀਂ ਦਖਲ ਦਿਓ ਜੀ, ਜਿਸ ਬੰਦੇ ਨੇ ਇੰਨਾ ਕੁਛ ਕੀਤਾ ਤੁਹਾਡੀ ਇਹ ਬਦਨਾਮੀ ਦਾ ਕਾਰਨ ਬਣਦਾ ਹੈ। ਇਸ ਦੇਸ਼ ਦੇ ਨਾਗਰਿਕਾਂ ਦੀ ਸਟੇਟ ਨੇ ਰਾਖੀ ਕਰਨੀ ਹੈ ਜੀ। ਤੇ ਜੇ ਸਟੇਟ ਪਾਵਰ ਵਾਲੇ ਬੰਦਿਆਂ ਦੇ ਪਰਿਵਾਰ ਇਸ ਤਰ੍ਹਾਂ ਦਾ ਕੁਝ ਕਰਦੇ ਹੋਣ ਤਾਂ ਇਹਦਾ ਮਤਲਬ ਹੈ ਕਿ ਦੇਸ਼ ਜਿਹੜਾ ਹੈਗਾ ਨਿਗਾਰ ਵੱਲ ਨੂੰ ਜਾ ਰਿਹਾ ਹੈ। ਜੀ। ਜੀ। ਵਰੁਣ ਗਾਂਧੀ ਜੀ ਦਾ ਕਹਿਣਾ, ਕਤਲਾਂ ਨਾਲ ਅੰਦੋਲਨਕਾਰੀਆਂ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ। ਦੇਖੋ, ਵਰੁਣ ਗਾਂਧੀ ਜਿਹੜਾ ਹੈਗਾ ਜੀ, ਉਹ ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ ਦਾ ਮੈਂਬਰ ਹੈ ਜੀ। PDP ਤੋਂ ਮੈਂਬਰ ਹੈ। ਉਹਦੀ ਮਾਂ ਵੀ ਪਾਰਲੀਮੈਂਟ ਦੀ ਮੈਂਬਰ ਹੈ। ਪਰਿਵਾਰ ਦੇ ਦੋਨੇ ਜਿਹੜੇ ਹੈਗੇ ਜ਼ਿੰਮੇਵਾਰ ਜੀ। ਵਰੁਣ ਦੀ ਵਾਈਫ ਨਹੀਂ ਹਾਲੇ ਤੱਕ ਮੇਰੇ ਖਿਆਲ ਪੋਲੀਟਿਕਸ ਦੇ ਵਿੱਚ ਹੈ ਜੀ। ਉਹਦੀ ਮਾਂ ਵੀ ਪਾਰਲੀਮੈਂਟ ਦੀ ਮੈਂਬਰ ਹੈ, ਉਹ ਵੀ ਪਾਰਲੀਮੈਂਟ ਦੀ ਮੈਂਬਰ ਹੈ। ਨਹਿਰੂ ਗਾਂਧੀ ਖਾਨਦਾਨ ਦੇ ਨਾਲ ਸੰਬੰਧ ਰੱਖਦਾ ਹੈ। ਵਰੁਣ ਗਾਂਧੀ ਵੀ ਇੰਦਰਾ ਗਾਂਧੀ ਦਾ ਪੋਤਰਾ ਹੈ। ਜਿਵੇਂ ਰਾਹੁਲ ਗਾਂਧੀ ਇੰਦਰਾ ਗਾਂਧੀ ਦਾ ਪੋਤਰਾ ਹੈ, ਪ੍ਰਿੰਕਾ ਗਾਂਧੀ ਪੋਤਰੀ ਹੈ, ਉਹ ਵੀ ਉਹੀ ਹੈ। ਲੇਕਿਨ ਇਹ ਹੈ ਕਿ ਜਦੋਂ ਸੰਜੇ ਗਾਂਧੀ ਦੀ ਮੌਤ ਹੋ ਗਈ ਸੀ, ਉਹ ਤੋਂ ਬਾਅਦ ਵਰੁਣ ਦੀ ਮਾਂ ਮੇਨਕਾ ਗਾਂਧੀ ਦੇ ਆਪਣੀ ਸੱਸ ਦੇ ਨਾਲ ਮਤਭੇਦ ਹੋ ਗਏ ਸੀ ਔਰ ਇਹ ਮਾਂ ਪੁੱਤ ਫਿਰ ਅਲੱਗ ਰਹਿਣ ਲੱਗ ਪਏ ਸੀ। ਔਰ ਉਹ ਮਤਭੇਦ ਇੰਨੇ ਜ਼ਿਆਦਾ ਵੱਧ ਗਏ ਕਿ ਬਾਅਦ ਦੇ ਵਿੱਚ, ਭਾਵੇਂ ਪਹਿਲਾਂ ਸ਼ੁਰੂ ਦੇ ਵਿੱਚ ਇਹਨੇ ਬੀਬੀ ਨੇ, ਮੇਨਕਾ ਗਾਂਧੀ ਨੇ ਸੰਜੇ ਵਿਚਾਰ ਮੰਚ ਬਣਾਇਆ ਸੀ ਤੇ ਉਹਦੇ ਪਲੇਟਫਾਰਮ ਤੋਂ ਇਹ ਆਪਣੀਆਂ ਸਰਗਰਮੀਆਂ ਕਰਦੀ ਹੁੰਦੀ ਸੀ, ਰਾਜਸੀ ਸਰਗਰਮੀਆਂ। ਲੇਕਿਨ ਬਾਅਦ ਦੇ ਵਿੱਚ ਇਹਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਔਰ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਪਾਰਲੀਮੈਂਟ ਦੀ ਮੈਂਬਰ ਵੀ ਬਣ ਗਈ, ਕੇਂਦਰ ਦੇ ਵਿੱਚ ਵਜ਼ੀਰ ਵੀ ਬਣ ਗਈ ਸੀ। ਐਤਕੀ ਉਹਦੇ ਕੋਲੇ ਵਜ਼ਾਰਤ ਹੈ ਨਹੀਂ ਜੀ।
ਉਹ ਬੰਦਾ ਜਿਹੜਾ ਹੈਗਾ, ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਚੱਲਦੀ ਸੀ ਕਿ ਯੋਗੀ ਆਦਿੱਤਿਆਨਾਥ ਦੇ ਨਾਲ ਅਮਿਤ ਸ਼ਾਹ ਵੀ ਨਾਰਾਜ਼ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਨਾਰਾਜ਼ ਹੈ। ਇੱਥੋਂ ਤੱਕ ਵੀ ਗੱਲਾਂ ਆਉਣ ਲੱਗ ਗਈਆਂ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਆਪਣਾ ਇੱਕ ਜਿਹੜਾ ਹੈਗਾ ਉਹਨਾਂ ਦੇ ਅਹਿਲਕਾਰ, ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜਾ ਇੱਕ IAS ਆਫੀਸਰ ਹੁੰਦਾ ਸੀ, ਉਹ ਮੇਰਾ ਖਿਆਲ ਆ ਵੀ ਉਹ ਵੀ ਸ਼ਾਇਦ ਕੋਈ ਸ਼ਰਮਾ ਸੀ ਜੀ, ਸ਼ਾਇਦ ਅਨਿਲ ਕੁਮਾਰ ਕੁਛ ਇਹੋ ਜਿਹਾ ਨਾਂ ਸੀ। ਉਹ ਜਿਹੜਾ ਬੰਦਾ ਸੀਗਾ ਜਦੋਂ ਰਿਟਾਇਰ ਹੋ ਗਿਆ ਜਾਂ ਉਹਨੂੰ ਵਕਤ ਤੋਂ ਪਹਿਲਾਂ ਰਿਟਾਇਰਮੈਂਟ ਦਿੱਤੀ, ਰਹਿਣ ਵਾਲਾ ਯੂਪੀ ਦਾ ਸੀ, ਪੱਕਾ ਮੂਲ ਵਸਨੀਕ ਉੱਥੋਂ ਦਾ ਸੀ, ਉਹਨੂੰ ਭੇਜਤਾ ਸੀ, ਉਹਨੂੰ MLC ਦਾ ਮੈਂਬਰ ਲੈਜਿਸਲੇਟਿਵ ਅਸੈਂਬਲੀ ਬਣਾਤੀ ਸੀ, ਲੈਜਿਸਲੇਟਿਵ ਕਾਉਂਸਲ ਦਾ ਮੈਂਬਰ ਬਣ ਗਿਆ ਸੀ। ਔਰ ਉਹਨੂੰ ਮੈਂਬਰ ਬਣਾਉਣ ਦਾ ਮਤਲਬ ਇਹ ਸੀ ਕਿ ਉਸ ਬੰਦੇ ਨੂੰ ਕਿਸੇ ਨਾ ਕਿਸੇ ਕਿਸਮ ਦੀ ਕੋਈ ਵਜ਼ਾਰਤ ਵਗੈਰਾ ਦੇ ਦਿੱਤੀ ਜਾਵੇ ਤੇ ਉਹ ਯੋਗੀ ਦੇ ਉੱਤੇ ਕਿਸਮ ਦਾ ਕੁੰਡਾ ਲੱਗ ਜੇ ਜੀ। ਲੇਕਿਨ ਜਦੋਂ ਉਹਦੀ ਗੱਲ ਬਣੀ ਤਾਂ ਫਿਰ ਇਹ ਗੱਲ ਆ ਗਈ ਸੀ ਕਿ ਵਰਨ ਗਾਂਧੀ ਨੂੰ ਉਹਦੇ ਮੁਕਾਬਲੇ ਤੇ ਇੱਕ ਚਿਹਰਾ ਬਣਾ ਦਿੱਤਾ ਜਾਵੇ। ਪਰ ਵਰਨ ਗਾਂਧੀ ਕਿਉਂਕਿ ਬੰਦਾ ਜਿਹੋ ਜਿਹੇ ਖਾਨਦਾਨ 'ਚੋਂ ਆਇਆ ਹੁੰਦਾ, ਕਈ ਵਾਰੀ ਕੋਈ ਚੀਜ਼ਾਂ ਜਿਹੜੀਆਂ ਬੰਦੇ ਨੂੰ ਚੁਭਦੀਆਂ ਹੁੰਦੀਆਂ ਕਿ ਗੱਲ ਠੀਕ ਨਹੀਂ। ਜੀ। ਲਖੀਮਪੁਰ ਖੀਰੀ ਵਾਲਾ ਜਿਹੜਾ ਕਾਂਡ ਹੋਇਆ ਹੈ, ਉਹਦੇ ਤੇ ਵਰਨ ਗਾਂਧੀ ਨੇ ਜਿਹੜੀ ਗੱਲ ਕਹੀ ਹੈ, ਉਹਨੇ ਇੱਕ ਤਾਂ ਇਹ ਗੱਲ ਕਹੀ ਹੈ ਕਿ ਕਤਲਾਂ ਦੇ ਨਾਲ ਤੁਸੀਂ ਅੰਦੋਲਨਾਂ ਨੂੰ ਦਬਾ ਨਹੀਂ ਸਕਦੇ, ਅੰਦੋਲਨਕਾਰੀਆਂ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ। ਜੀ। ਜਿਹੜਾ ਉਹਨੇ ਟਵੀਟ ਕੀਤਾ, ਉਸ ਟਵੀਟ ਦੇ ਵਿੱਚ ਉਹਨੇ ਕਿਹਾ ਹੈ ਕਿ ਵੇ ਕਸੂਰ ਕਿਸਾਨਾਂ ਦੇ ਡੁੱਲੇ ਖੂਨ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਜੀ। ਉਹ ਕਹਿੰਦੇ ਇਹ ਤੋਂ ਅੱਗੇ ਉਹ ਕਹਿੰਦੇ ਆ, ਜਿਹੜਾ ਅਗਲਾ ਉਹਨਾਂ ਨੇ ਸ਼ਬਦ ਉਹਦੇ 'ਚ ਲਿਖਿਆ, ਸੈਂਟੈਂਸ ਲਿਖਿਆ ਹੈ, ਕਹਿੰਦੇ ਇਸ ਤੋਂ ਪਹਿਲਾਂ ਕਿ ਹੰਕਾਰ ਅਤੇ ਜ਼ੁਲਮ ਦਾ ਸੁਨੇਹਾ ਹਰ ਕਿਸਾਨ ਦੇ ਦਿਮਾਗ 'ਚ ਘਰ ਘਰ ਜਾਵੇ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੀ। ਇਹ ਵਰਨ ਗਾਂਧੀ ਨੇ ਕਿਹਾ। ਇਹ ਉਹਨੇ ਇੱਕ ਵਾਰੀ ਨਹੀਂ ਕਹਿੰਦੇ, ਦੋ। ਇਹਦੇ ਨਾਲ ਜਿਹੜੀ ਆਪਾਂ ਉਹ ਗੱਲ ਕਰਦੇ ਹਾਂ ਜਿਹੜੀ ਵੀਡੀਓ ਦੀ, ਜਿੱਥੇ ਪਿਛਲੇ ਪਾਸੋਂ ਆ ਕੇ ਗੱਡੀਆਂ ਚੜ੍ਹਦੀਆਂ ਕਿਸਾਨਾਂ ਦੇ ਉੱਤੇ ਤੇ ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈ, ਉਹ ਵੀਡੀਓ ਸਭ ਤੋਂ ਪਹਿਲਾਂ ਟਵੀਟ ਹੀ ਇਹਨੇ ਕੀਤੀ ਹੈ। ਜੀ। ਜਿਹਦੇ ਨਾਲ ਇਹਨੇ ਕਿਹਾ ਕਿ ਆਹ ਵੀਡੀਓ ਦੇਖੋ ਕੀ ਕਰਦੀ, ਤੇ ਟਵੀਟ ਤੋਂ ਫਿਰ ਟਵੀਟ ਪਤਾ ਨਹੀਂ ਕਿੰਨੇ ਵਾਰੀ ਉਹ ਰਿਪੀਟ ਹੋਈ ਵੀ ਹੈ। ਉਹ ਟਵੀਟ ਕੀਤੀ ਹੈ ਤੇ ਉਹਦਾ ਫਿਰ ਖਮਿਆਜਾ ਵੀ ਭੁਗਤਣਾ ਪਿਆ ਇਹਨੂੰ। ਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਇੱਕ ਲਿਸਟ ਆ ਗਈ ਜੀ, ਜਿਹੜੇ ਉਹਨਾਂ ਨੇ ਆਪਣੀ ਨੈਸ਼ਨਲ ਐਗਜ਼ੈਕਟਿਵ ਦੇ ਮੈਂਬਰ ਬਣਾਏ ਹੈ। ਪਿਛਲੀ ਨੈਸ਼ਨਲ ਐਗਜ਼ੈਕਟਿਵ ਦੇ ਵਿੱਚ ਵਰਨ ਗਾਂਧੀ ਵੀ ਮੈਂਬਰ ਹੁੰਦਾ ਸੀ, ਉਹਦੀ ਮਾਂ ਵੀ ਮੈਂਬਰ ਹੁੰਦੀ ਸੀ। ਜੀ। ਔਰ ਨਾਲ ਹੀ ਜਿਹੜੇ ਹੈਗੇ ਹੈ ਚੌਧਰੀ ਵਰਿੰਦਰ ਸਿੰਘ, ਹਰਿਆਣੇ ਦੇ ਬਹੁਤ ਵੱਡੇ ਲੀਡਰ ਹੈ। ਜੀ। ਉਹ ਕਾਂਗਰਸ ਪਾਰਟੀ ਦੇ ਵਿੱਚ ਹੀ ਪੈਦਾ ਹੋਏ ਸੀ, ਸਰ ਛੋਟੂ ਰਾਮ ਦੇ ਦੋਤਰੇ ਹੈ ਔਰ ਕਿਸਾਨਾਂ ਦੇ ਬਹੁਤ ਵੱਡੇ ਅਤੈਸ਼ੀ ਹੈ। ਉਹਨਾਂ ਦਾ ਬੇਟਾ ਵੀ ਪਾਰਲੀਮੈਂਟ ਦਾ ਮੈਂਬਰ ਹੈ, ਮੇਰਾ ਖਿਆਲ ਹੈ ਹਿਸਾਰ ਤੋਂ ਹੈ। ਜੀ। ਹਿਸਾਰ ਤੋਂ ਸ਼ਾਇਦ ਉਹ ਲੋਕ ਸਭਾ ਦਾ ਮੈਂਬਰ ਬਣਿਆ ਹੋਇਆ ਹੈ। ਉਹ ਵੀ ਲੋਕ ਸਭਾ ਦਾ ਮੈਂਬਰ, ਔਰ ਉਹ IAS ਆਫੀਸਰ ਹੁੰਦਾ ਸੀ। ਜੀ। ਨੌਕਰੀ ਛੱਡ ਕੇ ਉਹਨੇ ਆ ਕੇ ਪੋਲੀਟਿਕਸ ਜੁਆਇਨ ਕੀਤੀ ਸੀ। ਜਦੋਂ ਇਹ 3 ਕਾਲੇ ਕਾਨੂੰਨ ਆਏ ਤਾਂ ਚੌਧਰੀ ਵਰਿੰਦਰ ਸਿੰਘ ਨੇ ਵੀ ਉਹਦਾ ਵਿਰੋਧ ਕੀਤਾ, ਇਹਨਾਂ ਕਾਲੇ ਕਾਨੂੰਨਾਂ ਦਾ। ਜੀ। ਵਿਰੋਧ ਕਰਨ ਦਾ ਇੱਕ ਮਕਸਦ ਇਹ ਸੀ ਕਿਉਂਕਿ ਜਿਹੜੇ ਉਹਨਾਂ ਦੇ ਸਾਥੀ ਮਿੱਤਰ ਸੀ, ਉਹ ਕਹਿੰਦੇ ਸੀ ਜਿਸ ਸਰ ਛੋਟੂ ਰਾਮ ਨੂੰ ਲੋਕ ਇਹ ਮੰਨਦੇ ਹੁੰਦੇ ਸੀ ਕਿ ਉਹ ਕਿਸਾਨਾਂ ਦਾ ਮਸੀਹਾ ਹੈ, ਔਰ ਸਰ ਛੋਟੂ ਰਾਮ ਨੇ ਅਜਿਹੇ ਕਾਨੂੰਨ ਬਣਾਏ ਸੀ ਕਿ ਅੰਗਰੇਜ਼ਾਂ ਦੇ ਜ਼ਮਾਨੇ 'ਚ 1937-38 ਦੇ ਵਿੱਚ, ਉਦੋਂ ਜਿਹੜੀ ਹੈਗੀ ਆ ਸਾਂਝਾ ਪੰਜਾਬ ਹੁੰਦਾ ਸੀ, ਪਾਕਿਸਤਾਨ ਵੀ ਵਿੱਚੇ ਹੁੰਦਾ ਸੀ। ਉਸ ਵੇਲੇ ਉਹਨਾਂ ਨੇ ਕਾਨੂੰਨ ਬਣਾਏ ਸੀ ਜਿਨ੍ਹਾਂ ਕਾਨੂੰਨਾਂ ਦੀ ਬਦੌਲਤ ਕਿਸੇ ਕਿਸਾਨ ਦੀ ਕਰਜ਼ੇ ਬਦਲੇ ਜ਼ਮੀਨ ਨਹੀਂ ਨਿਲਾਮ ਕੀਤੀ ਜਾ ਸਕਦੀ ਸੀ, ਉਹਦਾ ਘਰ ਘਾਟ ਹਲ ਪੰਜਾਲੀਆਂ ਉਹਦੇ ਪਸ਼ੂ ਵਗੈਰਾ ਨਿਲਾਮ ਨਹੀਂ ਕੀਤੇ ਜਾਂਦੇ ਸੀ। ਇਹੋ ਜਿਹੇ ਕਾਨੂੰਨ ਬਣਾਏ ਸੀ ਵੀ ਤੂੰ ਉਸ ਬੰਦੇ ਦਾ ਵਾਰਸ ਹੈ ਤੇ ਤੁਸੀਂ ਜੀ ਆਹ ਜਿਹੜੇ ਕਾਲੇ ਕਾਨੂੰਨ ਬਣ ਗਏ। ਤੇ ਉਹਨੇ ਕਹਿੰਦਾ ਵੀ ਮੈਂ BJP ਤੋਂ ਕੀ ਗੁਲਗੁਲੇ ਲੈਣੇ ਹੈ। ਉਹਨੇ ਕਿਸਾਨਾਂ ਦੇ ਹੱਕ ਵਿੱਚ ਦਾ ਨਾਰਾ ਮਾਰਿਆ ਸੀ। ਹੁਣ ਜਿਹੜੀ ਨਵੀਂ ਨੈਸ਼ਨਲ ਐਗਜ਼ੈਕਟਿਵ ਬਣਾਈ ਹੈ, ਉਸ ਨਵੀਂ ਨੈਸ਼ਨਲ ਐਗਜ਼ੈਕਟਿਵ ਦੇ ਵਿੱਚ ਉਹ ਸਾਰੇ ਬੰਦੇ ਕੱਢਤੇ ਜਿਨ੍ਹਾਂ ਦੇ ਉੱਤੇ ਥੋੜ੍ਹੀ ਜਿਹੀ ਰੰਜ ਸੀ ਵੀ ਇਹ ਬੰਦੇ ਥੋੜ੍ਹੇ ਜਿਹੇ ਟੇਢੇ ਚੱਲਦੇ ਹੈ। ਟੇਢੇ ਚੱਲਣ ਵਾਲਿਆਂ ਦੇ ਵਿੱਚ ਇੱਕ ਸੁਬਰਾਮਣੀਅਮ ਸਵਾਮੀ ਵੀ ਹੈ, ਉਹ ਵੀ ਟੇਢਾ ਚੱਲਦਾ ਹੈ। ਇਹਨੇ ਵੀ ਟਵੀਟ ਕਰਕੇ ਗੱਲ ਕਹਿਤੀ ਕਿ ਕਤਲਾਂ ਦੇ ਨਾਲ ਕਦੇ ਅੰਦੋਲਨਕਾਰੀਆਂ ਨੂੰ ਦਬਾਇਆ ਨਹੀਂ ਜਾ ਸਕਦਾ। ਚਲੋ ਇਹਦੀ ਮਾਂ ਤਾਂ ਬੋਲੀ ਨਹੀਂ ਸੀ, ਫਿਰ ਮਾਂ ਪੁੱਤਾਂ ਨੂੰ ਦੋਨਾਂ ਨੂੰ ਕੱਢ ਦਿੱਤਾ ਤੇ ਚੌਧਰੀ ਵਰਿੰਦਰ ਸਿੰਘ ਨੂੰ ਵੀ ਕੱਢ ਦਿੱਤਾ। ਇਹਦੇ ਤੋਂ ਇਉਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਵਿਰੋਧ ਵਾਲੀ ਗੱਲ ਹੈ ਨਾ, ਜਿੱਥੇ ਤੁਹਾਡੀ ਮਤਭੇਦਾਂ ਵਾਲੀ ਗੱਲ ਹੈ, ਇਹ ਮਨਭੇਦ ਤਾਂ ਹੈ ਨਹੀਂ, ਇਹ ਤਾਂ ਮਤਭੇਦ ਹੈ। ਮਨਭੇਦ ਤਾਂ ਇਹ ਹੁੰਦੇ ਆ ਜਦੋਂ ਇੱਕ ਦੂਜੇ ਪ੍ਰਤੀ ਦੁਸ਼ਮਣੀ ਪੈਦਾ ਹੋ ਜੇ ਬੰਦਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਤਾਂ ਉਹ ਮਨਭੇਦ ਹੈ। ਇੱਥੇ ਮਨਭੇਦਾਂ ਵਾਲੀ ਗੱਲ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਜੀ। ਨਵਜੋਤ ਸਿੰਘ ਸਿੱਧੂ ਅਖੀਰ ਵਿੱਚ ਲਖੀਮਪੁਰ ਖੀਰੀ ਪਹੁੰਚਣ 'ਚ ਸਫਲ ਹੋ ਜਾਂਦੇ ਨੇ। ਬਿਲਕੁਲ ਜੀ। ਨਵਜੋਤ ਸਿੰਘ ਸਿੱਧੂ ਨੇ ਜਿਹੜਾ ਟਵੀਟ ਕੀਤਾ ਸੀ, ਜਿਹੜੀ ਉਹਨਾਂ ਨੇ ਗੱਲ ਕਹੀ ਸੀ, ਉਹ ਗੱਲ ਤਾਂ ਵੈਸੇ ਪਹਿਲਾਂ ਹੋ ਗਈ ਸੀ। ਜਦੋਂ ਪ੍ਰਿੰਕਾ ਗਾਂਧੀ ਵਾਡਰਾ ਗਈ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਲਖੀਮਪੁਰ ਖੀਰੀ ਵਾਲਾ ਘਟਨਾਕ੍ਰਮ ਵਾਪਰਦਾ ਹੈ ਕਿਉਂਕਿ ਉਹ ਆਪਣੀ ਪਾਰਟੀ ਵੱਲੋਂ ਉੱਤਰ ਪ੍ਰਦੇਸ਼ ਦੀ ਇੰਚਾਰਜ ਹੈ। ਜੀ। ਉਹਨੂੰ ਪਤਾ ਲੱਗਾ ਵੀ ਇੱਕ ਭਾਣਾ ਵਾਪਰ ਗਿਆ ਤੇ ਮੈਂ ਹੁਣ ਜਾਵਾਂ ਉੱਥੇ ਜਾ ਕੇ ਲੋਕਾਂ 'ਚ ਹਾਜ਼ਰੀ ਲਾਵਾਂ। ਉਹ ਸਿੱਧੀ ਦਿੱਲੀ ਤੋਂ ਗਈ ਲਖਨਊ
ਲਖਨਊ ਤੋਂ ਉਹਨੇ ਆਪਣੇ ਜਿਹੜੇ ਹੈਗੇ ਕਾਂਗਰਸ ਪਾਰਟੀ ਦੇ ਵਰਕਰ ਉਹਨਾਂ ਨੂੰ ਨਾਲ ਲਿਆ ਅਤੇ ਉਹ ਤੁਰ ਪਈ ਲਖੀਮਪੁਰ ਖੀਰੀ ਨੂੰ। ਸੀਤਾਪੁਰ ਦੇ ਕੋਲੇ ਉਹਨੂੰ ਆ ਕੇ ਡਿਟੇਨ ਕਰ ਲਿਆ, ਪੁਲਿਸ ਨੇ ਰੋਕ ਲਿਆ। ਜੀ ਰੋਕਣ ਤੋਂ ਬਾਅਦ ਉਹਨੂੰ ਹਿਰਾਸਤ ਵਿੱਚ ਲੈ ਲਿਆ। 28-30 ਘੰਟੇ ਉਹਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ। ਜੀ ਉਹ ਤੋਂ ਬਾਅਦ ਉਹਦੀ ਗ੍ਰਿਫਤਾਰੀ ਪਾਤੀ ਸੀ। ਜਦੋਂ ਉਹਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਸੀ, ਉਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕੀਤਾ ਸੀ ਕਿ ਜਾਂ ਤਾਂ ਛੱਡ ਦਿਓ ਆਪਣੀ ਪ੍ਰਿੰਕਾ ਗਾਂਧੀ ਵਾਡਰਾ ਨੂੰ, ਜੇ ਤੁਸੀਂ ਇਹਨੂੰ ਰਿਹਾ ਨਾ ਕੀਤਾ ਤਾਂ ਫਿਰ ਮੈਂ ਪੰਜਾਬ ਦੇ ਵਿੱਚੋਂ ਹਜ਼ਾਰਾਂ ਲੋਕਾਂ ਦਾ ਕਾਫਲਾ ਲੈ ਕੇ ਤੇ ਆਊਂਗਾ ਤੇ ਫਿਰ ਵੇਖਿਓ ਤਰਸੱਲੀ ਮਚਾ ਦੇਂਗੇ ਯੂਪੀ 'ਚ। ਜੀ ਔਰ ਉਹਨਾਂ ਨੇ ਫੈਸਲਾ ਵੀ ਕਰ ਲਿਆ। ਕੱਲ੍ਹ ਦੀ ਉਹਨਾਂ ਨੇ ਡੇਟ ਰੱਖ ਲਈ, ਸਾਰੇ MLA ਨਾਲ ਮੀਟਿੰਗ ਕਰ ਲਈ, ਕਿਉਂਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਭਾਵੇਂ ਉਹਨਾਂ ਨੇ ਅਸਤੀਫਾ ਦਿੱਤਾ, ਅਸਤੀਫਾ ਨਾ ਉਹਨਾਂ ਦਾ ਨਾਮ ਮਨਜ਼ੂਰ ਹੋਇਆ ਤੇ ਨਾ ਪ੍ਰਵਾਨ ਹੋਇਆ। ਜੀ ਉਹਨਾਂ ਦੇ ਕੋਲ ਟੀਮ ਵੀ ਚੰਗੀ ਹੈਗੀ ਹੈ, ਪ੍ਰਗਟ ਸਿੰਘ ਹੋਰੇ ਸਿਆਣੇ ਬੰਦੇ ਹੈਗੇ। ਪੰਜਾਬ ਭਵਨ ਦੇ ਵਿੱਚ ਬੈਠ ਕੇ ਉਹਨਾਂ ਨੇ ਇੱਕ ਮੀਟਿੰਗ ਕੀਤੀ, ਮੀਟਿੰਗ ਕਰਕੇ ਡਿਊਟੀਆਂ ਲਾਤੀਆਂ ਤੇ ਇਹ ਕਹਿ ਦਿੱਤਾ ਸੀ ਕਿ 10,000 ਗੱਡੀਆਂ ਦਾ ਕਾਫਲਾ ਲੈ ਕੇ ਅਸੀਂ ਚੱਲਾਂਗੇ ਇੱਥੋਂ। 80 MLA ਕਾਂਗਰਸ ਦੇ, ਮੁੱਖ ਮੰਤਰੀ ਸਾਹਿਬ ਦਾ ਚਲੋ ਅੱਜ ਕੱਲ੍ਹ ਉਲਝੇ ਹੋਏ ਆ ਕਿਉਂਕਿ ਉਹਨਾਂ ਦੇ ਬੇਟੇ ਦਾ ਵਿਆਹ ਹੈ, ਤੇ ਜਿਹੜੇ ਜੇ ਆਪਾਂ ਮੰਨ ਲਓ 70 MLA ਤਾਂ ਉਹ ਹੈਗੇ ਆ ਨਾ ਜਿਨ੍ਹਾਂ ਨੂੰ ਟਿਕਟਾਂ ਵੀ ਚਾਹੀਦੀਆਂ। ਤੇ ਆਪਾਂ ਦੇਖਿਆ ਇਸ ਕਾਫਲੇ ਦੇ ਵਿੱਚੋਂ ਸਾਰੇ ਆ ਗਏ ਸੀ ਜਿਹੜੇ ਕਦੇ ਅਮਰਿੰਦਰ ਸਿੰਘ ਦੇ ਬੜੇ ਕਰੀਬੀ ਹੁੰਦੇ ਸੀਗੇ ਕਿ ਕਿਤੇ ਟਿਕਟ ਨਾ ਕੱਟੀ ਜਾਵੇ, ਸਾਰੇ ਆਪੋ ਆਪਣੇ ਚਿਹਰੇ ਦਿਖਾਉਣ ਲੱਗ ਗਏ ਸੀ। ਉਹ ਜਿਹੜੇ ਹੈਗੇ ਇੱਥੇ ਆ ਗਏ ਸੀ, ਉਹਨਾਂ ਨੂੰ ਲਾਇਆ ਸੀ ਕਿ 200 ਗੱਡੀਆਂ ਲੈ ਕੇ ਆਓ, ਮਤਲਬ ਗੱਡੀਆਂ ਦਾ ਕਾਫਲਾ ਵੱਡਾ ਹੋ ਜਾਣਾ। ਔਰ ਉਹ ਗੱਡੀਆਂ ਦਾ ਕਾਫਲਾ ਲੈ ਕੇ ਕੱਲ੍ਹ ਤੁਰ ਪਏ। ਪਰ ਉਹਨਾਂ ਦੇ ਤੁਰਨ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਕਸਦ ਕੀ ਹੈ, ਸਾਡਾ ਮਕਸਦ ਇਹ ਹੈ ਕਿ ਪ੍ਰਿੰਕਾ ਗਾਂਧੀ ਵਾਡਰਾ ਨੂੰ ਰਿਹਾ ਕੀਤਾ ਜਾਵੇ, ਤਾਂ ਰਿਹਾ ਕਰਤੀ ਸੀ। ਜੀ ਫਿਰ ਉਹਨਾਂ ਦੀ ਕੋਈ ਤੁੱਕ ਨਹੀਂ ਬਣਦੀ ਸੀ। ਵੈਸੇ ਵੀ ਉੱਥੇ ਇੱਕ ਦਫਾ 44 ਲੱਗੀ ਹੋਈ ਹੈ। ਜੀ ਦਫਾ 44 ਲੱਗੀ ਹੈ ਤੇ 5 ਤੋਂ ਵੱਧ ਬੰਦੇ ਜਾ ਨਹੀਂ ਸਕਦੇ। ਉਹਨਾਂ ਨੇ ਜਦੋਂ ਹਰਿਆਣੇ 'ਚ ਵੜ ਗਏ, ਹਰਿਆਣੇ ਵਾਲਿਆਂ ਨੇ ਨਹੀਂ ਰੋਕਿਆ ਕਿਉਂਕਿ ਹਰਿਆਣੇ 'ਚ ਦਫਾ 144 ਨਹੀਂ ਲੱਗੀ। ਹਰਿਆਣੇ ਤੋਂ ਸਹਾਰਨਪੁਰ ਦੇ ਬਾਰਡਰ ਰਾਹੀਂ ਜਦੋਂ ਯੂਪੀ 'ਚ ਦਾਖਲ ਹੋਣ ਲੱਗੇ, ਉੱਥੇ ਉਹਨਾਂ ਨੇ ਰੋਕ ਲਿਆ ਕਿ ਜੀ ਤੁਸੀਂ ਅੱਗੇ ਨਹੀਂ ਜਾ ਸਕਦੇ। ਉੱਥੇ ਤੂੰ ਮੈਂ ਬਹੁਤ ਹੋਈ, ਬੈਰੀਕੇਡ ਲੱਗੇ ਸੀ, ਉਹਨਾਂ ਦੀ ਧੂਕੜੀਸ ਵੀ ਕੀਤੀ। ਕੁਛ ਜਿਹੜੇ ਹੈਗੇ MLA ਵੀ ਨਾਲ ਸੀ, ਵਜ਼ੀਰ ਵੀ ਨਾਲ ਸੀ, ਉਹ ਵੀ ਥੋੜ੍ਹਾ ਬਹੁਤ ਉਹਨਾਂ ਨਾਲ ਵੀ ਮਿਸਬਿਹੇਵ ਪੁਲਿਸ ਨੇ ਕੀਤਾ। ਅਖੀਰ ਅਲਟੀਮੇਟਲੀ ਉਹਨਾਂ ਨੇ ਜਿਹੜੇ MLA ਤੇ MP ਸੀ ਉਹਨਾਂ ਨੂੰ ਥਾਣੇ 'ਚ ਲੈ ਗਏ, ਥਾਣੇ 'ਚ ਲਿਜਾ ਕੇ ਬਹਾ ਲਿਆ। ਨੈਗੋਸ਼ੀਏਸ਼ਨ ਚੱਲਦੀ ਰਹੀ। ਉਹ ਕਹਿੰਦੇ ਸੀ ਜੀ ਉੱਥੇ ਦਫਾ 44 ਲੱਗੀ ਹੈ, ਤੁਸੀਂ 5 ਬੰਦੇ ਚਲੇ ਜਾਓ। ਉਹ ਕਹਿੰਦੇ ਜੀ ਚਲੋ ਤੁਸੀਂ ਇਹ ਬਸ ਬਾਕੀ ਸਾਰਿਆਂ ਨੂੰ ਮੋੜ ਦਿੰਦੇ ਆ। ਜਿਹੜੇ MLA ਹੈ, MLA ਤਾਂ 2-2 ਲੱਖ ਲੋਕਾਂ ਦੇ ਨੁਮਾਇੰਦੇ, ਇਹ MLA ਨੂੰ ਤੁਸੀਂ ਜਾਣ ਦੇ ਦਿਓ ਤੇ ਨਾਲ ਸਾਡੇ ਭਾਵੇਂ ਜਿੰਨੀ ਮਰਜ਼ੀ ਹੈ ਫੋਰਸ ਲਾ ਦਿਓ। ਅਸੀਂ ਕਿਹੜਾ ਕੋਈ ਲਾ ਐਂਡ ਆਰਡਰ ਨੂੰ ਚੁਣੌਤੀ ਦੇਣੀ ਹੈ, ਫੋਰਸ ਲਾ ਦਿਓ, ਗੱਡੀਆਂ ਲਾ ਦਿਓ, ਚਲੇ ਚੱਲਦੇ। ਪਰ ਘੱਟੋ ਘੱਟ ਜਿਹੜੇ ਹੈਗੇ ਇਹਨਾਂ ਨੂੰ ਜਾਣ ਦੀ ਆਗਿਆ ਦੇ ਦਿਓ। ਉਹ ਲਾ ਲਓ ਵੀ 4-5 ਘੰਟਿਆਂ ਦੀ ਜਹਿਦ ਤੋਂ ਬਾਅਦ ਅਖੀਰ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਤੁਸੀਂ ਜਾਂਦੇ ਰਹੋ। ਲਓ ਜੀ, ਰਾਤ ਫਿਰ ਉਹ ਤੁਰ ਪਏ ਉੱਥੋਂ ਜੀ ਆਪਣੀਆਂ ਗੱਡੀਆਂ 'ਤੇ ਤੁਰ ਪਏ। ਪੁਲਿਸ ਨਾਲ ਚੱਲ ਪਈ, ਪੁਲਿਸ ਤਾਂ ਸਗੋਂ ਗਾਈਡ ਕਰਨ ਲੱਗੀ ਕਿਉਂਕਿ ਪੁਲਿਸ ਹੁਣ ਟਕਰਾਅ ਤੋਂ ਬਚਣਾ ਚਾਹੁੰਦੀ ਹੈ ਵੀ ਹਰ ਥਾਂ 'ਤੇ ਟਕਰਾਅ 'ਤੇ ਨਾ ਪਏ ਜਾਂ ਪਿਆ ਜਾਵੇ। ਜੇ ਟਕਰਾਅ 'ਚ ਪੈ ਗਏ ਤਾਂ ਨੁਕਸਾਨ ਹੋ ਰਿਹਾ, ਰਾਜਨੀਤਿਕ ਨੁਕਸਾਨ ਹੋ ਰਿਹਾ ਤੇ ਭਾਰਤੀ ਜਨਤਾ ਪਾਰਟੀ ਦਾ। ਜੀ ਰਾਤ ਉਹਨਾਂ ਨੇ ਕੱਟੀ ਹੈ ਬਾਜਪੁਰ ਵੀ ਉੱਤਰਾਖੰਡ 'ਚ ਹੈ। ਬਾਜਪੁਰ ਤੋਂ ਉਹਨਾਂ ਨੇ ਜਿਹੜੀ ਰਾਤ ਕੱਟਣ ਤੋਂ ਬਾਅਦ ਜਦੋਂ ਹੁਣ ਅਗਾਂਹ ਗਈ ਤੇ ਅਗਾਂਹ ਉਹਨਾਂ ਦੇ ਨਾਲ 5 MLA, ਇੱਕ ਵਜ਼ੀਰ ਗਏ ਤੇ 4 MLA ਗਏ। ਜੀ ਵਜ਼ੀਰ ਜਿਹੜੇ ਹੈਗੇ ਆ ਜੀ ਉਹ ਵਿਜੇਂਦਰ ਸਿੰਘ ਹੈ। MLAs ਦੇ ਵਿੱਚੋਂ ਜਿਹੜੇ ਹੈਗੇ ਆ ਉਹ ਨਾਗਰਾ ਸਾਹਿਬ ਹੈ, ਉਹ ਹੈਗੇ ਹੈ ਨਾਗਰਾ ਸਾਹਿਬ ਵਾਈਸ ਪ੍ਰੈਜ਼ੀਡੈਂਟ ਵੀ ਹੈ। ਸੁਖਵਿੰਦਰ ਸਿੰਘ ਡੈਣੀ ਹੈ, ਉਹ ਵੀ ਵਾਈਸ ਪ੍ਰੈਜ਼ੀਡੈਂਟ ਹੈ, ਉਹ ਵੀ MLA। ਇੱਕ ਸੁਰਜੀਤ ਸਿੰਘ ਧੀਮਾਨ ਹੈ, ਉਹ ਵੀ MLA। ਮਤਲਬ ਟੋਟਲ ਜਿਹੜੇ ਹੈਗੇ 5 ਬੰਦੇ ਉਹਨਾਂ ਦੇ ਨਾਲ ਗਏ ਹੈ। ਉਹੀ ਜਿਹੜੀ ਦਫਾ 44 ਦੀ ਉਲੰਘਣਾ ਨਾ ਹੋਵੇ, ਉਹ 5 ਬੰਦੇ ਲੈ ਕੇ ਉੱਥੇ ਪਹੁੰਚ ਗਏ ਲਖੀਮਪੁਰ ਦੇ ਵਿੱਚ। ਇਹਦੇ 'ਚ ਉਹ ਸਫਲ ਹੋ ਗਏ। ਪਰ ਆਮ ਤੌਰ ਦੇ ਉੱਤੇ ਜਿਵੇਂ ਮੈਂ ਕੱਲ੍ਹ ਵੀ ਗੱਲ ਕਹੀ ਸੀ ਕਿ ਅਸਲ ਦੇ ਵਿੱਚ ਇਹ ਜਦੋਂ ਇਸ ਕਿਸਮ ਦੇ ਦੁਖਾਂਤ ਵਾਪਰਦੇ ਆ ਨਾ, ਉਹਨਾਂ ਦੁਖਾਂਤਾਂ ਦੇ ਉੱਤੇ ਵੀ ਰਾਜਨੀਤਿਕ ਬੰਦੇ ਰਾਜਨੀਤੀ ਕਰਨ ਲੱਗ ਜਾਂਦੇ। ਆਪਣਾ ਰਾਜਨੀਤਿਕ ਲਾਹੜ ਜੇ ਆਪਾਂ ਕਹਿ ਦਈਏ ਕਿ ਉਹਨਾਂ ਬੰਦਿਆਂ ਦੇ ਨਾਲ ਕੋਈ ਹਮਦਰਦੀ ਹੈ, ਜੇ ਤਾਂ ਉੱਥੇ ਜਾਣ ਬਿਲਕੁਲ। ਇਹ ਠੀਕ ਹੈ ਵੀ ਚੰਨੀ ਸਾਹਿਬ ਗਏ, ਭੁਪੇਸ਼ ਬਘੇਲ ਜੀ ਆ ਗਏ ਉੱਥੋਂ ਸਤੀਸ਼ਗੜ੍ਹ ਵਾਲੇ, ਉਹਨਾਂ ਨੇ ਕਹਿਤਾ ਵੀ ਹਰ ਮ੍ਰਿਤਕ ਨੂੰ ਅਸੀਂ 50-50 ਲੱਖ ਰੁਪਈਆ ਦੇਵਾਂਗੇ। ਪਰ ਸਾਡੇ MLA ਵੀ ਗਏ ਆ, ਜਿਹੜੇ ਵਜ਼ੀਰ ਵੀ ਗਏ, ਇਹਨਾਂ ਦੇ ਵਿੱਚੋਂ ਤਾਂ ਬਹੁਤ ਸਾਰੇ ਉਹ ਆ ਜਿਹੜੇ ਬੜੇ ਅਮੀਰ ਹੈਗੇ ਜੀ। ਜਾਂ ਤਾਂ ਆਪਾਂ ਇਹ ਕਹੀਏ ਵੀ ਇਹ ਕੁਛ ਦੇ ਕੇ ਆਏ ਹੁਣ ਵੀ ਹਾਂਜੀ ਗਏ ਆ ਜੀ, ਅਸੀਂ ਆ ਗਏ ਹਾਂ ਤਾਂ ਧੰਨਵਾਦ ਜੀ ਤੁਹਾਡਾ, ਆ ਗਏ ਹਾਂ ਜੀ, ਅਸੀਂ ਤੁਹਾਡੇ ਨਾਲ ਜਿਹੜਾ ਹੈਗਾ ਹਮਦਰਦੀ ਪ੍ਰਗਟ ਕਰਦੇ ਹਾਂ। ਜਦੋਂ ਲਵਪ੍ਰੀਤ ਜਿਹੜਾ 20 ਸਾਲਾਂ ਦਾ ਬੱਚਾ ਮਰਿਆ, ਉਹਦੇ ਘਰੇ ਗਏ ਆ ਪ੍ਰਿੰਕਾ ਤੇ ਰਾਹੁਲ ਗਏ। ਪ੍ਰਿੰਕਾ ਤੇ ਰਾਹੁਲ ਨੂੰ ਦੇਖ ਕੇ ਉਹਨਾਂ ਦੇ ਮਾਪਿਆਂ ਦੀਆਂ ਡਾਢਾਂ ਨਿਕਲ ਗਈਆਂ। ਮਾਂ ਨੂੰ ਜਿਹੜੀ ਹੈਗੀ ਆ ਕਲਾਵੇ ਦੇ ਵਿੱਚ ਲੈ ਲਿਆ ਪ੍ਰਿੰਕਾ ਗਾਂਧੀ ਨੇ, ਉਹ ਢਾਰਸ ਵਧਾਉਣ ਲੱਗ ਗਈ। ਔਰ ਪਿਓ ਨੂੰ ਕਲਾਵੇ ਦੇ ਵਿੱਚ ਲੈ ਲਿਆ ਰਾਹੁਲ ਗਾਂਧੀ ਨੇ। ਤਸਵੀਰਾਂ ਉਹਨਾਂ ਦੀਆਂ ਵਾਇਰਲ ਹੋ ਗਈਆਂ, ਸਾਰੀ ਦੁਨੀਆ 'ਚ ਗਈਆਂ ਵੀ ਆਹ ਦੇਖੋ ਜੀ ਉਹਨਾਂ ਨੂੰ ਤਾਂ ਜੱਫੀਆਂ ਪਾ ਕੇ ਉਹਨਾਂ ਦਾ ਦੁੱਖ ਬਣਾਉਂਦੇ। ਹੁਣ ਉਹ ਹੋੜ ਹੀ ਲੱਗ ਗਈ ਹੈ। ਅੱਜ ਵੀ ਹਰਸਿਮਰਤ ਕੌਰ ਬਾਦਲ ਵੀ ਗਏ,
ਉਹ ਵੀ ਮੈਂ ਵੇਖ ਰਿਹਾ ਸੀਗਾ ਅਕਾਲੀ ਦਲ ਦਾ ਡੈਲੀਗੇਸ਼ਨ ਗਏ, ਉਹ ਵੀ ਪਹਿਲਾਂ ਤਾਂ ਉਹ ਹੱਥ ਜਿਹਾ ਫੜ ਕੇ ਵੀ ਨਹੀਂ ਕੋਈ ਨਹੀਂ। ਬਾਅਦ ਦੇ ਵਿੱਚ ਫਿਰ ਮੇਰੇ ਖਿਆਲ ਵੀ ਕਿਸੇ ਨੇ ਇਸ਼ਾਰਾ ਕਰਤਾ ਹੋਣਾ ਵੀ ਬੀਬਾ ਜੀ ਤੁਸੀਂ ਵੀ ਕਲਾਵੇ ਚਲਾਓ, ਕਿਉਂਕਿ ਫੋਟੋ ਤੁਹਾਡੀ ਵੀ ਵਾਇਰਲ ਹੋਣੀ ਜ਼ਰੂਰੀ ਹੈ। ਕਲਾਵੇ 'ਚ ਉਹ ਵੀ ਲੈਣਾ ਕਿ ਮਤਲਬ ਇਹ ਵੀ ਰਾਜਨੀਤਿਕ ਬੰਦੇ ਦੁਖਾਂਤਾਂ ਦੇ ਵਿੱਚੋਂ ਵੀ ਵੋਟਾਂ ਕੱਢਦੇ ਆ, ਰਾਜਨੀਤਿਕ ਰੋਟੀਆਂ ਸੇਕਦੇ ਆ, ਹਮਦਰਦੀ ਘੱਟ ਹੁੰਦੀ ਹੈ, ਦਿਖਾਵਾ ਵਾਧੂ ਹੁੰਦਾ ਹੈ। ਜੀ ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੇ ਵੱਲੋਂ ਕੀਤੀ ਗਈ ਟਿੱਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਤੇ ਇਸ ਦੇ ਨਾਲ ਹੀ ਸਰੋਤਿਓ, ਅੱਜ ਦਾ ਇਹ ਪ੍ਰੋਗਰਾਮ ਸਮਾਧਾਨ ਇੱਥੇ ਹੀ ਮੁੱਕਦਾ ਹੈ। ਹੁਣ ਤੁਹਾਡੇ ਦਰਸ਼ਨ ਕਰਾਂਗੇ ਸੋਮਵਾਰ। ਤਦ ਤੱਕ ਲਈ ਸੁਣਦੇ ਰਹੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ। ਦਲਬੀਰ ਚਾਹੁੰਦਾ ਆ ਗਿਆ। ਬਹੁਤ ਬਹੁਤ ਧੰਨਵਾਦ। Shamadan.